अगला सवाल है, मन का जियो पवन कथियले, पवन कहा रस खाई। कहाँ ਦਾ ਮਤਲਬ ਕਿੱਥੋਂ, ਇਹਨੂੰ ਕਹਾਂ ਪੜਾਂਗੇ। ਮਨ ਕਾ ਜੀਓ ਪਵਨ ਕਥਿयले, ਪਵਨ ਕਹਾਂ ਰਸ ਖਾਈ। ਜੀਓ ਦਾ ਮਤਲਬ ਹੈ ਜਿੰਦ, ਯਾਨੀ ਆਸਰਾ। ਪਵਨ ਦਾ ਮਤਲਬ ਪ੍ਰਾਣ, ਰਸ ਦਾ ਮੀਨਿੰਗ ਹੈ ਖੁਰਾਕ, ਕਹਾਂ ਦਾ ਮਤਲਬ ਕਿੱਥੋਂ। ਸਵਾਲ ਹੈ ਕਿ ਮਨ ਦਾ ਆਸਰਾ ਪ੍ਰਾਣ ਕਈ ਦੇ ਨੇ, ਕਿ ਜੇ ਪ੍ਰਾਣ ਚੱਲ ਰਹੇ ਨੇ ਤੇ ਸਾਡਾ ਸਰੀਰ ਮਨ ਆਦਿਕ ਚੱਲ ਰਿਹਾ ਹੈ। ਪਰ ਸਵਾਲ ਕਰ ਰਹੇ ਨੇ ਪ੍ਰਾਣ ਕਿੱਥੋਂ ਖੁਰਾਕ ਲੈਂਦੇ ਨੇ, ਯਾਨੀ ਪ੍ਰਾਣਾਂ ਦਾ ਆਸਰਾ ਕੀ ਹੈ। ਮਨ ਦਾ ਆਸਰਾ ਪ੍ਰਾਣ ਹੈ, ਲੇਕਿਨ ਪ੍ਰਾਣਾਂ ਦਾ ਆਸਰਾ ਕੀ ਹੈ, ਉਹ ਖੁਰਾਕ ਕਿੱਥੋਂ ਲੈਂਦੇ ਨੇ। ਕਹਾਂ ਰਸ ਖਾਈ ਦਾ ਮਤਲਬ ਕਿੱਥੋਂ ਉਹ ਖੁਰਾਕ ਲੈਂਦੇ ਨੇ, ਉਹਨਾਂ ਦਾ ਆਸਰਾ ਕੀ ਹੈ। ਅਗਲਾ ਸਵਾਲ ਹੈ, ਗਿਆਨ ਕੀ ਮੁਦਰਾ ਕਮਨ ਔਧੂ, ਸਿੱਧ ਕੀ ਕਮਨ ਕਮਾਈ। ਔਧੂ ਇੱਥੇ ਜੋਗੀ ਵਾਸਤੇ ਵਰਤਿਆ ਹੈ। ਹੁਣ ਸਵਾਲ ਹੈ ਕਿ ਗਿਆਨ ਦੀ ਪ੍ਰਾਪਤੀ ਦਾ ਕਿਹੜਾ ਸਾਧਨ ਹੈ। ਗਿਆਨ ਕੀ ਮੁਦਰਾ ਕਮਨ ਔਧੂ, ਕਿ ਗਿਆਨ ਦੀ ਪ੍ਰਾਪਤੀ ਦਾ ਕਿਹੜਾ ਸਾਧਨ ਹੈ। ਮੁਦਰਾ ਦਾ ਮਤਲਬ ਸਾਧਨ। ਸਿੱਧ ਕੀ ਕਮਨ ਕਮਾਈ, ਤੇ ਯੋਗ ਸਾਧਨਾ ਦੇ ਅੰਦਰ ਜੋ ਪੁੱਗਿਆ ਹੋਇਆ ਜੋਗੀ ਹੈ ਨਾ, ਸਿੱਧ ਉਹਨੂੰ ਕਹਿੰਦੇ ਨੇ। ਇੱਕ ਤਾਂ ਜੋਗੀ ਹੈ ਜੋ ਯੋਗ ਸਾਧਨਾ ਦੇ ਵਿੱਚ ਲੱਗਾ ਹੋਇਆ ਹੈ, ਯੋਗਾ ਆਦਿ ਕਰ ਰਿਹਾ ਹੈ। ਦੂਜਾ ਇਹ ਹੈ ਕਿ ਉਸਨੇ ਯੋਗਾ ਦੇ ਵਿੱਚ ਮਾਸਟਰੀ ਕਰ ਲਈ ਹੈ, ਉਹਨੂੰ ਸਿੱਧ ਕਹਿੰਦੇ ਨੇ। ਤਾਂ ਗੁਰੂ ਪਾਤਸ਼ਾਹ ਜੀ ਅੱਗੇ ਸਵਾਲ ਹੈ ਕਿ ਗਿਆਨ ਪ੍ਰਾਪਤੀ ਦਾ ਸਾਧਨ ਕਿਹੜਾ ਹੈ, ਔਰ ਯੋਗ ਸਾਧਨਾ ਦੇ ਵਿੱਚ ਪੁੱਗੇ ਹੋਏ ਜੋਗੀ ਨੂੰ ਕੀ ਪ੍ਰਾਪਤ ਹੁੰਦਾ ਹੈ, ਉਹਦੀ ਕਮਾਈ ਕੀ ਹੈ। ਉਹਦੀ ਕਮਾਈ ਕੀ ਹੈ, ਉਹਨੂੰ ਕੀ ਪ੍ਰਾਪਤ ਹੁੰਦਾ ਹੈ। ਜਿਵੇਂ ਅਸੀਂ ਕਹਿ ਦਿੰਦੇ ਨਾ ਕਿ ਫਲਾਂ ਬਾਬਾ ਬੜੀ ਕਮਾਈ ਵਾਲਾ ਹੈ, ਤਾਂ ਹੁਣ ਸਵਾਲ ਪੈਦਾ ਹੋਏਗਾ ਕਿ ਉਹਦੀ ਕਮਾਈ ਹੈ ਕੀ, ਉਹਦੀ ਪ੍ਰਾਪਤੀ ਹੈ ਕੀ ਹੈ। ਉਹਨੇ ਸੰਸਾਰ ਨੂੰ, ਸਮਾਜ ਨੂੰ ਜਾਂ ਆਪਣੇ ਆਪ ਵਾਸਤੇ ਉਹਨੂੰ ਕੀ ਮਿਲਿਆ, ਉਹਦੀ ਦੇਣ ਕੀ ਹੈ। ਅਗਲਾ ਉੱਤਰ ਦੇ ਰਹੇ ਨੇ ਗੁਰੂ ਜੀ, ਬਿਨ ਸ਼ਬਦੈ ਰਸ ਨਾ ਆਵੇ ਔਧੂ, ਹਉਮੈ ਪਿਆਸ ਨਾ ਜਾਈ। ਇਹ ਜੋਗੀ ਬਿਨ ਸ਼ਬਦੇ ਦਾ ਮਤਲਬ ਸ਼ਬਦ ਤੋਂ ਬਿਨਾਂ, ਸ਼ਬਦ ਤੋਂ ਬਿਨਾਂ ਰਸ ਨਹੀਂ ਆਉਂਦਾ। ਭਾਵ ਗੁਰੂ ਦਾ ਸ਼ਬਦ ਹੀ ਪ੍ਰਾਣਾਂ ਦਾ ਆਸਰਾ ਹੈ। ਪ੍ਰਾਣਾਂ ਦਾ ਆਸਰਾ ਕੀ ਹੈ। ਇਥੋਂ ਸਾਨੂੰ ਜਿਵੇਂ ਹਰ ਪ੍ਰਾਣ ਦੇ ਨਾਲ, ਸਵਾਸ ਦੇ ਨਾਲ ਸਾਨੂੰ ਆਤਮਿਕ ਜੀਵਨ ਮਿਲੇ, ਉਹ ਕਿਹੜੀ ਸ਼ੈ ਹੈ ਕਿ ਸਾਨੂੰ ਆਤਮਿਕ ਜੀਵਨ ਮਿਲੇ। ਤਾਂ ਗੁਰੂ ਜੀ ਕਹਿੰਦੇ ਨੇ, ਗੁਰੂ ਦੇ ਸ਼ਬਦ ਤੋਂ ਬਿਨਾਂ, ਉਪਦੇਸ਼ ਤੋਂ ਬਿਨਾਂ, ਗਿਆਨ ਤੋਂ ਬਿਨਾਂ, ਰੱਬੀ ਰਜਾ ਵਿੱਚ ਤੁਰਨ ਤੋਂ ਬਿਨਾਂ ਪ੍ਰਾਣਾਂ ਦੀ ਜਿਹੜੀ ਹੈ ਖੁਰਾਕ ਪੂਰੀ ਨਹੀਂ ਹੁੰਦੀ। ਭਾਵ ਕਿ ਉਹਨਾਂ ਰਸ ਜਿਹੜਾ ਉਹ ਪ੍ਰਾਪਤ ਨਹੀਂ ਹੁੰਦਾ। ਹਉਮੈ ਪਿਆਸ ਨਾ ਜਾਈ, ਤੇ ਗੁਰੂ ਦੇ ਸ਼ਬਦ ਤੋਂ ਬਿਨਾਂ ਹਉਮੈ ਦੀ ਪਿਆਸ ਨਹੀਂ ਮਿਟਦੀ। ਗੁਰੂ ਦੇ ਸ਼ਬਦ ਉਪਦੇਸ਼ ਤੋਂ ਬਿਨਾਂ ਹਉਮੈ ਦੀ ਪਿਆਸ ਨਹੀਂ ਮਿਟਦੀ। ਮੀਨਸ ਕਿ ਬੰਦੇ ਦੀ ਈਗੋ ਨਹੀਂ ਖਤਮ ਹੁੰਦੀ। ਗਿਆਨ ਤੋਂ ਬਿਨਾਂ ਨਾ ਇਨਫੀਰੀਓਰਿਟੀ ਕੰਪਲੈਕਸ ਚੋਂ ਬੰਦਾ ਨਿਕਲ ਪਾਉਂਦਾ ਹੈ, ਨਾ ਹੀ ਸੁਪਰੀਓਰਿਟੀ ਕੰਪਲੈਕਸ ਚੋਂ ਨਿਕਲ ਪਾਉਂਦਾ ਹੈ। ਇਸ ਲਈ ਹਉਮੈ ਦੀ ਪਿਆਸ ਨੂੰ ਮਿਟਾਉਣ ਵਾਸਤੇ ਗੁਰੂ ਸ਼ਬਦ ਦੀ ਜ਼ਰੂਰਤ ਹੈ। ਸੰਸਾਰ ਛੱਡਣ ਦੀ ਲੋੜ ਨਹੀਂ, ਸਮਾਧੀਆਂ ਲਾਉਣ ਦੀ ਲੋੜ ਨਹੀਂ, ਮਾਲਾਵਾਂ ਫੇਰਨ ਦੀ ਲੋੜ ਨਹੀਂ। ਸਗੋਂ ਗੁਰੂ ਗਿਆਨ ਮੁਤਾਬਕ ਆਪਣੇ ਆਪੇ ਨੂੰ ਸਮਝ ਕੇ ਰੱਬੀ ਰਜਾ ਵਿੱਚ ਤੁਰਨ ਦੀ ਜ਼ਰੂਰਤ। ਸ਼ਬਦ ਰਤੇ ਅੰਮ੍ਰਿਤ ਰਸ ਪਾਇਆ, ਸਾਚੇ ਰਹੇ ਅਘਾਈ। ਇੱਥੇ ਸ਼ਬਦ ਦੇ ਦੱਦੇ ਨਾਲ ਸਿਹਾਰੀ, ਜਿਸ ਦਾ ਮਤਲਬ ਸ਼ਬਦ ਵਿੱਚ, ਰਤੇ ਦਾ ਮਤਲਬ ਜੋ ਰੰਗੇ ਰਹਿੰਦੇ ਨੇ, ਮਸਤ ਰਹਿੰਦੇ ਨੇ। ਮ੍ਰਿਤ ਦਾ ਮਤਲਬ ਹੁੰਦਾ ਹੈ ਮੌਤ, ਤੇ ਅੰਮ੍ਰਿਤ ਦਾ ਮਤਲਬ ਹੈ ਜਿੱਥੇ ਮੌਤ ਨਾ ਹੋਵੇ, ਆਤਮਿਕ ਜੀਵਨ, ਜਿੱਥੇ ਸदैवी ਜੀਵਨ ਹੈ। ਤਾਂ ਜੋ ਮਨੁੱਖ ਗੁਰੂ ਦੇ ਸ਼ਬਦ ਵਿੱਚ ਰੰਗੇ ਜਾਂਦੇ ਨੇ, ਗੁਰੂ ਸ਼ਬਦ ਦਾ ਮਤਲਬ ਗੁਰੂ ਦਾ ਗਿਆਨ, ਗੁਰੂ ਦੀ ਵਿਚਾਰਧਾਰਾ, ਗੁਰੂ ਦੀ ਫਿਲਾਸਫੀ, ਗੁਰੂ ਦਾ ਦਿੱਤਾ ਹੋਇਆ ਵੇ ਆਫ ਲਾਈਫ, ਇਹਦੇ ਵਾਸਤੇ ਆਪ ਕੋਈ ਵੀ ਸ਼ਬਦ ਵਰਤ ਸਕਦੇ ਹੋ। ਤਾਂ ਜੋ ਗੁਰੂ ਦੇ ਉਪਦੇਸ਼ ਅੰਦਰ ਰੰਗੇ ਜਾਂਦੇ ਨੇ, ਗੁਰੂ ਉਪਦੇਸ਼ ਮੁਤਾਬਕ ਜ਼ਿੰਦਗੀ ਜੀਂਦੇ ਨੇ, ਉਹਨਾਂ ਨੂੰ ਆਤਮਿਕ ਜੀਵਨ ਦੇਣ ਵਾਲਾ ਰਸ ਮਿਲ ਜਾਂਦਾ ਹੈ। ਉਹਨਾਂ ਨੂੰ ਆਤਮਿਕ ਜੀਵਨ ਦਾ ਰਸ ਮਿਲ ਜਾਂਦਾ ਹੈ। ਹੁਣ ਇਹ ਰਸ ਨੂੰ ਸਮਝਣ ਵਾਲੀ ਗੱਲ ਹੈ। ਵੈਸੇ ਅੱਗੇ ਅਸੀਂ ਕਈ ਵਾਰੀ ਇਸ ਚੀਜ਼ ਦੀ ਵਿਚਾਰ ਕਰ ਚੁੱਕੇ ਹਾਂ ਕਿ ਰਸ ਵਾਸਤਵ ਦੇ ਵਿੱਚ ਹੈ ਕੀ ਹੈ। ਜਿਵੇਂ ਕੋਈ ਚੀਜ਼ ਖਾਣ ਤੋਂ ਬਾਅਦ ਸਾਨੂੰ ਉਹਦੇ ਸਵਾਦ ਦਾ ਪਤਾ ਲੱਗਦਾ ਨਾ, ਕਿ ਇਹ ਖੱਟੀ ਹੈ, ਮਿੱਠੀ ਹੈ, ਨਮਕੀਨ ਹੈ ਜਾਂ ਕੈਸੀ ਹੈ।
ਇਸੇ ਤਰ੍ਹਾਂ ਜਦੋਂ ਅਸੀਂ ਰੱਬੀ ਗੁਣਾਂ ਦੇ ਧਾਰਨੀ ਹੁੰਦੇ ਹਾਂ, ਮੰਨ ਲਓ ਅਸੀਂ ਪ੍ਰੇਮ ਦੇ ਨਾਲ ਜ਼ਿੰਦਗੀ ਜੀ ਰਹੇ ਹਾਂ, ਤੇ ਪ੍ਰੇਮ ਵਾਲਾ ਮਿਲਵਰਤਨ ਕਰਨ ਤੋਂ ਬਾਅਦ ਜਿਹੜਾ ਸਾਡੇ ਮਿਲਵਰਤਨ ਦੇ ਵਿੱਚੋਂ ਸੁਖ ਉਪਜੇਗਾ ਉਹ ਪ੍ਰੇਮ ਦਾ ਰਸ ਹੋਏਗਾ। ਤੇ ਇਹ ਰਸ ਤਾਂ ਆ ਸਕਦਾ ਜੇ ਅਸੀਂ ਪ੍ਰੇਮ ਵਾਲਾ ਵਰਤਾਵ ਕਰੀਏ। ਨਿਮਰਤਾ ਦੀਆਂ ਗੱਲਾਂ ਕਰਨ ਦੇ ਨਾਲ ਨਿਮਰਤਾ ਦਾ ਰਸ ਨਹੀਂ ਆਉਂਦਾ। ਨਿਮਰਤਾ ਵਾਲੀ ਜ਼ਿੰਦਗੀ ਜੀਵਾਂਗੇ ਤਾਂ ਨਿਮਰਤਾ ਦੇ ਵਿੱਚ ਰਹਿਣ ਦੇ ਨਾਲ ਜਿਹੜੀ ਖੁਸ਼ੀ ਮਿਲੇਗੀ, ਜਿਹੜਾ ਸੁਖ ਮਿਲੇਗਾ, ਜੋ ਅਨੁਭਵ ਮਿਲੇਗਾ, ਉਹ ਨਿਮਰਤਾ ਦਾ ਰਸ ਹੋਏਗਾ। ਤੇ ਜਿਸ ਦੀ ਬੋਲ ਬਾਣੀ ਵਿੱਚ ਹੋਮੇ ਹੈ, ਬੋਲ ਬਾਣੀ ਵਿੱਚ ਕੁੜੱਤਨ ਹੈ, ਉਹਨੂੰ ਨਿਮਰਤਾ ਦਾ ਮਿਠਾਸ ਦਾ ਰਸ ਆ ਨਹੀਂ ਸਕਦਾ। ਇਸ ਲਈ ਗੁਰੂ ਜੀ ਇੱਥੇ ਅਮਲੀ ਜ਼ਿੰਦਗੀ ਦੀ ਗੱਲ ਕਰ ਰਹੇ ਨੇ ਕਿ ਜੋ ਗੁਰੂ ਸ਼ਬਦ ਅੰਦਰ ਆਪਣੇ ਆਪੇ ਨੂੰ ਰੰਗ ਲੈਂਦੇ ਨੇ, ਪ੍ਰੇਮ ਦੇ ਨਾਲ ਗੁਰੂ ਸ਼ਬਦ ਮੁਤਾਬਕ ਜ਼ਿੰਦਗੀ ਜੀਂਦੇ ਨੇ, ਉਹਨਾਂ ਨੂੰ ਫਿਰ ਆਤਮਿਕ ਰਸ ਮਿਲਦਾ ਹੈ। ਉਹਨਾਂ ਦੀ ਜ਼ਿੰਦਗੀ ਦੇ ਅੰਦਰ ਉਹ ਖੁਸ਼ੀ ਪੈਦਾ ਹੁੰਦੀ ਹੈ। ਮਾਲਾਵਾਂ ਫੇਰਨ ਨਾਲ ਨਹੀਂ, ਸਮਾਧੀਆਂ ਲਾਉਣ ਨਾਲ ਨਹੀਂ, ਸੰਸਾਰ ਤਿਆਗਣ ਨਾਲ ਨਹੀਂ, ਸਗੋਂ ਸੰਸਾਰ ਦੇ ਅੰਦਰ ਰਹਿੰਦਿਆਂ ਗੁਰੂ ਉਪਦੇਸ਼ ਮੁਤਾਬਕ ਜ਼ਿੰਦਗੀ ਜੀਵਿਆ। ਸਾਚੇ ਰਹੇ ਅਗਾਈ, ਸਾਚੇ ਦਾ ਮਤਲਬ ਸੱਚ ਨਾਲ ਜੁੜਨ ਕਰਕੇ ਉਹ ਬੰਦੇ ਅਗਾਈ ਦਾ ਮਤਲਬ ਤ੍ਰਿਪਤ ਰਹਿੰਦੇ ਨੇ। ਸੱਚੇ ਦੇ ਵਿੱਚ ਜੁੜ ਕੇ, ਸੱਚ ਦੇ ਅੰਦਰ ਜੁੜ ਕੇ ਉਹ ਤ੍ਰਿਪਤ ਹੋ ਜਾਂਦੇ ਨੇ। ਅਗਾਈ ਦਾ ਮਤਲਬ ਸੰਤੋਖੀ ਹੋ ਜਾਂਦੇ ਨੇ। ਉਹਨਾਂ ਦੀ ਜ਼ਿੰਦਗੀ ਵਿੱਚ ਸੈਟੀਸਫੈਕਸ਼ਨ ਆ ਜਾਂਦਾ ਹੈ, ਸੰਤੋਖ ਆ ਜਾਂਦਾ ਹੈ, ਖੁਸ਼ੀ ਆ ਜਾਂਦੀ ਹੈ। ਕਿਵੇਂ? ਕਿਉਂਕਿ ਉਹ ਸੱਚ ਦੇ ਨਾਲ ਜੁੜ ਗਏ, ਸੱਚ ਦੇ ਵਿੱਚ ਜੁੜ ਗਏ, ਮਨ ਵਚਨ ਕਰਮ ਕਰਕੇ ਸੱਚੇ ਹੋ ਗਏ। ਤੇ ਜਿਹੜਾ ਸੱਚਾ ਇਨਸਾਨ ਹੈ ਉਹਦੀ ਜ਼ਿੰਦਗੀ ਦੇ ਅੰਦਰ ਤ੍ਰਿਪਤੀ ਹੋਏਗੀ, ਉਹਦੇ ਜੀਵਨ ਦੇ ਅੰਦਰ ਸੰਤੋਖ ਹੋਏਗਾ, ਉਹਦੇ ਜੀਵਨ ਦੇ ਅੰਦਰ ਹੀ ਖੁਸ਼ੀ ਹੋਏਗੀ। ਹੁਣ ਅਗਲਾ ਸਵਾਲ ਸਿੱਧ ਫਿਰ ਕਰ ਰਹੇ ਨੇ, ਪਵਨ ਬੁੱਧ ਜਿਤ ਅਸਥਿਰ ਰਹੀ ਹੈ ਕਿਤ ਭੋਜਨ ਤ੍ਰਿਪਤਾਸੈ। ਇਹਨੂੰ ਤ੍ਰਿਪਤਾਸੇ ਨਹੀਂ ਪੜਨਾ, ਸੈ ਪੜਨਾ ਹੈ ਦਿਲਾਵਾਂ। ਕਵਨ ਬੁੱਧ ਜਿਤ ਅਸਥਿਰ ਰਹੀ ਹੈ ਕਿਤ ਭੋਜਨ ਤ੍ਰਿਪਤਾਸੈ। ਕਿਤ ਭੋਜਨ ਦਾ ਮਤਲਬ ਕਿਹੜੇ ਭੋਜਨ ਦੇ ਨਾਲ, ਤ੍ਰਿਪਤਾਸੈ ਦਾ ਮਤਲਬ ਤ੍ਰਿਪਤ ਰਹੀ ਹੈ। ਕਵਨ ਬੁੱਧ ਦਾ ਮਤਲਬ ਉਹ ਮੱਤ ਕਿਹੜੀ ਹੈ। ਉਹ ਮੱਤ ਕਿਹੜੀ ਹੈ ਕਿ ਜਿਸ ਮੱਤ ਦੇ ਨਾਲ ਮਨ ਟਿਕਾਵ ਦੇ ਵਿੱਚ ਆ ਜਾਏ, ਮਨ ਟਿਕ ਜਾਏ। ਹੁਣ ਇਹ ਚੀਜ਼ ਥੋੜੀ ਜਿਹੀ ਸਮਝਣ ਵਾਲੀ ਹੈ। ਅਸੀਂ ਰੋਜ਼ ਅਰਦਾਸ ਕਰਦੇ ਹਾਂ ਨਾ, ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮੱਤ ਕਾ ਰਾਖਾ ਆਪ ਵਾਹਿਗੁਰੂ। ਮਨ ਨੀਵਾਂ ਦਾ ਮਤਲਬ ਇਹ ਹੈ ਕਿ ਮਨ ਨੂੰ ਮੱਤ ਦੇ ਅੰਦਰ ਰੱਖਣਾ ਹੈ, ਕਿਉਂਕਿ ਮਨ ਦੇ ਅੰਦਰ ਸੰਕਲਪ, ਵਿਕਲਪ, ਵਿਚਾਰ ਪੈਦਾ ਹੁੰਦੇ ਨੇ, ਔਰ ਵਿਚਾਰ 60,000 ਵਿਚਾਰ 24 ਘੰਟਿਆਂ ਵਿੱਚ ਮਨੁੱਖੀ ਮਨ ਵਿੱਚ ਪੈਦਾ ਹੋ ਰਹੇ ਨੇ। ਹੁਣ ਜੇ ਇਹਨਾਂ ਵਿਚਾਰਾਂ ਮੁਤਾਬਕ ਹੀ ਬੰਦਾ ਜੀਵੀ ਜਾਏ ਤਾਂ ਜੀ ਨਹੀਂ ਪਾਏਗਾ। ਇੱਕ ਤਾਂ ਇੰਨੇ ਕੁ ਵਿਚਾਰ ਆ ਰਹੇ ਨੇ, ਦੂਜਾ ਫਿਰ ਇਹਦੇ ਜੀਵਨ ਵਿੱਚ ਭਟਕਾਵ ਹੋਏਗਾ, ਤੀਜਾ ਜਿਹੜੇ ਗਲਤ ਵਿਚਾਰ ਨੇ ਉਹਨਾਂ ਨੂੰ ਜਦੋਂ ਬੰਦਾ ਅਮਲੀ ਰੂਪ ਦੇਵੇਗਾ ਤਾਂ ਉਹਦਾ ਰਿਜ਼ਲਟ ਵੀ ਗਲਤ ਨਿਕਲੇਗਾ, ਦੁੱਖ ਰੂਪ ਵਿੱਚ ਨਿਕਲੇਗਾ। ਇਸ ਲਈ ਮਤ ਦੇ ਨਾਲ, ਬੁੱਧ ਦੇ ਨਾਲ, ਗਿਆਨ ਦੇ ਨਾਲ ਫੈਸਲਾ ਲੈਣਾ ਹੈ ਕਿ ਕਿਹੜਾ ਵਿਚਾਰ ਮੇਰੇ ਲਾਹੇਵੰਦ ਹੈ, ਕਿਹੜਾ ਨੁਕਸਾਨ ਵਿੱਚ। ਜਿਹੜਾ ਮੈਂ ਕੰਮ ਕਰਨ ਲੱਗਿਆ, ਇਹ ਕੰਮ ਕਰਨ ਨਾਲ ਮੇਰਾ ਨੁਕਸਾਨ ਤੇ ਨਹੀਂ ਹੋਏਗਾ। ਦੂਜੀ ਗੱਲ ਇਹ ਵਿਚਾਰਨੀ ਹੈ ਕਿ ਜੋ ਮੈਂ ਕੰਮ ਜਿਸ ਵਾਸਤੇ ਕਰਨ ਲੱਗਿਆ ਵਾਂ, ਕਿ ਉਸ ਬੰਦੇ ਦਾ ਨੁਕਸਾਨ ਤੇ ਨਹੀਂ ਹੋਏਗਾ। ਤੇ ਤੀਜਾ ਜਿਹੜਾ ਹੈ, ਮੇਰੇ ਇਸ ਕੰਮ ਦੇ ਨਾਲ ਹੋਰ ਲੋਕਾਂ ਦਾ, ਸਮਾਜ ਦਾ ਨੁਕਸਾਨ ਤੇ ਨਹੀਂ ਹੋਏਗਾ। ਜਿਹੜਾ ਬੰਦਾ ਇਹਨਾਂ ਚੀਜ਼ਾਂ ਨੂੰ ਵਿਚਾਰ ਕੇ ਕਰਮ ਕਰੇਗਾ, ਉਹ ਬੰਦਾ ਨਾ ਆਪ ਦੁਖੀ ਹੋਏਗਾ, ਨਾ ਦੂਜਿਆਂ ਨੂੰ ਦੁੱਖ ਦੇਵੇਗਾ। ਪਰ ਜੇ ਅਸੀਂ ਗਲਤ ਫੈਸਲਾ ਲਵਾਂਗੇ ਤਾਂ ਸਾਡੇ ਜੀਵਨ ਦੇ ਅੰਦਰ ਦੁੱਖ ਹੋਏਗਾ। ਇਸ ਲਈ ਮਨ ਦੀਆਂ ਭਾਵਨਾਵਾਂ ਨੂੰ ਕੰਟਰੋਲ ਕਿਵੇਂ ਕਰੀਏ? ਜਿਹੜੀਆਂ ਮਾੜੀਆਂ ਭਾਵਨਾਵਾਂ ਨੇ, ਚਾਹੇ ਉਹ ਝੂਠ ਫਰੇਬ ਹੈ ਜਾਂ ਨਸ਼ੇ ਵਗੈਰਾ ਨੇ ਜਾਂ ਬੁਰਾਈਆਂ ਨੇ, ਤਾਂ ਉਹ ਕਿਹੜੀ ਮੱਤ ਹੈ ਜਿਹੜੀ ਮੱਤ ਰਾਹੀਂ ਮਨ ਸੱਚ ਦੇ ਉੱਤੇ ਸਥਿਰ ਹੋ ਜਾਏ? ਕਿਵੇਂ ਅਸੀਂ ਫੈਸਲਾ ਲਈਏ ਉਹ ਮੱਤ ਕਿੱਥੋਂ ਮਿਲੇ? ਕਿਹੜੀ ਮੱਤ ਹੈ ਜਿਹਦੇ ਨਾਲ ਮਨ ਟਿਕਾਵ ਵਿੱਚ ਆ ਜਾਏ ਔਰ ਸੱਚ ਦੇ ਉੱਤੇ ਟਿਕ ਜਾਏ? ਕਿਤ ਭੋਜਨ ਤ੍ਰਿਪਤਾਸ ਹੈ,
ਤੇ ਉਹ ਕਿਹੜਾ ਭੋਜਨ ਹੈ, ਕਿਹੜੀ ਖੁਰਾਕ ਹੈ ਜਿਹਦੇ ਨਾਲ ਮਨ ਰੱਜ ਜਾਏ, ਮਨ ਤ੍ਰਿਪਤ ਹੋ ਜਾਏ। ਹੁਣ ਝੂਠ ਬੋਲ ਬੋਲ ਕੇ, ਈਰਖਾ ਨਿੰਦਾ ਚੁਗਲੀ ਕਰ ਕਰਕੇ ਮਨ ਨਹੀਂ ਨਾ ਰੱਜਦਾ। ਉਹ ਕਿਹੜਾ ਭੋਜਨ ਹੈ ਜਿਸ ਦੇ ਨਾਲ ਮਨ ਤ੍ਰਿਪਤ ਹੋ ਜਾਏ, ਮਨ ਨੂੰ ਸ਼ਾਂਤੀ ਆ ਜਾਏ। ਗੁਰੂ ਜੀ ਬਚਨ ਕਰ ਰਹੇ ਨੇ, ਉੱਤਰ ਦੇ ਰਹੇ ਨੇ ਇੱਕ ਸਵਾਲ ਦਾ। ਨਾਨਕ ਦੁੱਖ ਸੁਖ ਸਮ ਕਰ ਜਾਪੈ, ਸਤਿਗੁਰ ਤੇ ਕਾਲ ਨਾ ਗ੍ਰਾਸੈ। ਸਵਾਲ ਸੀ ਨਾ ਕਿ ਮੌਤ ਤੋਂ ਕਿਵੇਂ ਬਚਿਆ ਜਾਏ, ਆਤਮਿਕ ਜੀਵਨ ਕਿਵੇਂ ਮਿਲੇ। ਤਾਂ ਉੱਤਰ ਦੇ ਰਹੇ ਨੇ ਕਿ ਸਤਿਗੁਰ ਤੋਂ ਜੋ ਮੱਤ ਮਿਲਦੀ ਹੈ, ਦੁੱਖ ਸੁਖ ਸਮਕਰ ਜਾਪੈ, ਉਸ ਨਾਲ ਦੁੱਖ ਤੇ ਸੁਖ ਇੱਕ ਸਮਾਨ ਜਾਪਦਾ ਹੈ। ਤੇ ਸਤਿਗੁਰ ਤੋਂ ਜਿਹੜੀ ਖੁਰਾਕ ਮਿਲਦੀ ਹੈ, ਸਤਿਗੁਰ ਤੇ ਕਾਲ ਨਾ ਗ੍ਰਸ ਹੈ, ਉਸ ਮੱਤ ਕਰਕੇ ਬੰਦੇ ਨੂੰ ਕਾਲ ਦਾ ਡਰ ਨਹੀਂ ਪੈਂਦਾ, ਬੰਦਾ ਤ੍ਰਿਪਤ ਹੋ ਜਾਂਦਾ ਹੈ। ਯਾਨੀ ਜੋ ਗੁਰੂ ਦੀ ਮੱਤ ਹੈ, ਗੁਰੂ ਦਾ ਜੋ ਗਿਆਨ ਹੈ, ਯੂਨੀਵਰਸਲ ਟਰੁਥ ਜੋ ਹੈ, ਉਸ ਰਾਹੀਂ ਸਾਨੂੰ ਸੁੱਖ ਔਰ ਦੁੱਖ ਬਰਾਬਰ ਜਾਪਦਾ ਹੈ। ਗੁਰੂ ਦੀ ਮੱਤ ਮੁਤਾਬਕ ਜ਼ਿੰਦਗੀ ਜੀਵਿਆਂ ਸੁੱਖ ਔਰ ਦੁੱਖ ਬਰਾਬਰ ਜਾਪਦਾ। ਇਹਦਾ ਮਤਲਬ ਇਹ ਨਹੀਂ ਕਿ ਸਚਿਆਰ ਮਨੁੱਖ ਦੀ ਜ਼ਿੰਦਗੀ ਵਿੱਚ ਦੁੱਖ ਨਹੀਂ ਆਉਂਦਾ, ਉਹਦੇ ਜੀਵਨ ਵਿੱਚ ਵੀ ਸੁੱਖ ਦੁੱਖ ਆਉਂਦੇ ਨੇ, ਪਰ ਉਹ ਸੁੱਖ ਔਰ ਦੁੱਖ ਨੂੰ ਵੇਖ ਕੇ ਘਾਬਰਦਾ ਨਹੀਂ। ਨਾ ਤੇ ਸੁੱਖਾਂ ਦੇ ਵਿੱਚ ਹੀ ਉਹ ਸੱਚ ਦਾ ਪੱਲਾ ਛੱਡਦਾ ਤੇ ਨਾ ਦੁੱਖਾਂ ਦੇ ਵਿੱਚ ਹੀ ਉਹ ਸੱਚ ਦਾ ਪੱਲਾ ਛੱਡਦਾ। ਇਹਨੂੰ ਕਹਿੰਦੇ ਨੇ ਸੁੱਖ ਔਰ ਦੁੱਖ, ਕਿਉਂਕਿ ਉਹਦੇ ਜੀਵਨ ਦਾ ਗੋਲ ਹੁੰਦਾ ਹੈ ਸੱਚ, ਰੱਬੀ ਰਜ਼ਾ ਵਿੱਚ ਤੁਰਨਾ। ਇਸ ਲਈ ਨਾ ਸੁੱਖ ਦੇ ਅੰਦਰ ਉਹ ਸੱਚ ਨੂੰ ਛੱਡਦਾ ਹੈ, ਨਾ ਦੁੱਖ ਦੇ ਅੰਦਰ ਸੱਚ ਨੂੰ ਛੱਡਦਾ ਹੈ। ਇਸੇ ਨੂੰ ਕਹਿੰਦੇ ਨੇ ਸੁੱਖ ਦੁੱਖ ਸਮ ਕਰ ਜਾਣਨਾ। ਤੇ ਗੁਰੂ ਦੇ ਦੱਸੇ ਰਾਹ ਦੇ ਉੱਤੇ ਤੁਰਿਆ ਗੁਰੂ ਗਿਆਨ ਰਾਹੀਂ ਫਿਰ ਆਤਮਿਕ ਮੌਤ ਦਾ ਡਰ ਨਹੀਂ ਰਹਿੰਦਾ, ਕਿਉਂਕਿ ਆਤਮਿਕ ਮੌਤ ਬੰਦਾ ਤਾਂ ਹੀ ਮਰਦਾ ਹੈ ਨਾ ਜਦੋਂ ਅੰਦਰੋਂ ਹੋਰ ਹੋਵੇ, ਬਾਹਰੋਂ ਹੋਰ ਹੋਵੇ, ਵਿਕਾਰ ਕਮਾਏ। ਤੇ ਗੁਰੂ ਗਿਆਨ ਮੁਤਾਬਕ ਉਹਨੂੰ ਆਤਮਿਕ ਮੌਤ ਦਾ ਡਰ ਨਹੀਂ, ਕਿਉਂਕਿ ਉਹਨੇ ਆਤਮਿਕ ਮੌਤ ਲਿਆਉਣ ਵਾਲਾ ਕੋਈ ਕਰਮ ਹੀ ਨਹੀਂ ਕਰਨਾ ਹੁੰਦਾ। ਇਸ ਲਈ ਇਹ ਜੋਗੀ ਜਨੋ, ਸੰਸਾਰ ਨੂੰ ਛੱਡ ਕੇ ਬਾਬੇ ਬਣਨ ਦੀ ਜ਼ਰੂਰਤ ਨਹੀਂ, ਸਗੋਂ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀ ਕੇ ਇਸ ਸੰਸਾਰ ਵਿੱਚ ਰਹਿੰਦੇ ਆਤਮਿਕ ਜੀਵਨ ਜੀਣਾ ਹੈ। ਰੰਗ ਨਾ ਰਾਤਾ, ਰਸ ਨਹੀਂ ਮਾਤਾ। ਰੰਗ ਦਾ ਮਤਲਬ ਰੰਗ ਵਿੱਚ, ਨਾ ਰਾਤਾ ਦਾ ਮਤਲਬ ਜਿਹਦਾ ਪਿਆਰ ਨਹੀਂ ਪਿਆ। ਰਸ ਨਹੀਂ ਮਾਤਾ, ਇਹਨੂੰ ਮਾਤਾ ਨਹੀਂ ਪੜਨਾ, ਮਾਤਾ ਪੜਨਾ ਹੈ। ਮਾਤਾ, ਮਾਤਾ ਦਾ ਮਤਲਬ ਹੋ ਜਾਏਗਾ ਮਾਂ, ਤੇ ਮਾਤਾ ਦਾ ਮਤਲਬ ਹੁੰਦਾ ਮਸਤ। ਰੰਗ ਨਾ ਰਾਤਾ, ਰਸ ਨਹੀਂ ਮਾਤਾ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਪ੍ਰਭੂ ਦੇ ਪਿਆਰ ਦੇ ਅੰਦਰ ਮਨ ਜਿਹੜਾ ਹੈ ਰੰਗਿਆ ਨਹੀਂ ਜਾਂਦਾ ਗੁਰੂ ਸ਼ਬਦ ਤੋਂ ਬਿਨਾਂ। ਤੇ ਉਹ ਮਨ ਜਿਹੜਾ ਹੈ ਖੁਸ਼ ਨਹੀਂ ਹੁੰਦਾ, ਮਸਤ ਨਹੀਂ ਹੁੰਦਾ, ਖੀਵਾ ਨਹੀਂ ਹੁੰਦਾ। ਜੋ ਇਨਸਾਨ ਰੱਬੀ ਪ੍ਰੇਮ ਦੇ ਅੰਦਰ ਰੰਗਿਆ ਨਹੀਂ ਗਿਆ, ਉਹ ਰੱਬੀ ਪਿਆਰ ਰਾਹੀਂ ਜਿਹੜੀ ਖੁਸ਼ੀ ਮਿਲਣੀ ਸੀ ਉਹਦੀ ਮਸਤੀ ਹਾਸਲ ਨਹੀਂ ਕਰ ਪਾਏਗਾ। ਮਨ ਦੇ ਅੰਦਰ ਚੜ੍ਹਦੀ ਕਲਾ ਨਹੀਂ ਆਵੇਗੀ, ਮਨ ਦੇ ਅੰਦਰ ਖੁਸ਼ੀ ਨਹੀਂ ਆਏਗੀ, ਜੇਕਰ ਇਨਸਾਨ ਪ੍ਰਭੂ ਪ੍ਰੀਤ ਦੇ ਨਾਲ ਰੰਗਿਆ ਨਹੀਂ। ਬਿਨ ਗੁਰ ਸ਼ਬਦ ਹੈ ਜਲ ਬਲ ਤਾਤਾ। ਤਾਤਾ ਦਾ ਮਤਲਬ ਤੱਤਾ, ਸੜਨਾ, ਖਿਜਣਾ। ਬਿਨ ਗੁਰ ਸ਼ਬਦ ਹੈ ਜਲ ਬਲ ਤਾਤਾ। ਸਤਿਗੁਰ ਦੇ ਸ਼ਬਦ ਤੋਂ ਬਿਨਾ ਮਨੁੱਖ ਵਿਕਾਰਾਂ ਦੇ ਅੰਦਰ ਸੜ ਬਲ ਕੇ ਖਿਜਦਾ ਰਹਿੰਦਾ ਹੈ। ਤਾਤਾ ਦਾ ਮਤਲਬ ਤੱਤਾ ਹੋਇਆ ਰਹਿੰਦਾ ਹੈ, ਹਰ ਵਕਤ ਗਰਮ ਸੁਭਾਅ, ਹਰ ਵਕਤ ਖਿਜ ਰਿਹਾ ਹੈ। ਤਾਤਾ ਦਾ ਮਤਲਬ ਸੜਨਾ, ਖਿਜਣਾ। ਗੁਰੂ ਉਪਦੇਸ਼ ਦੀ ਕਮਾਈ ਤੋਂ ਬਿਨਾ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਤੋਂ ਬਿਨਾ ਮਨੁੱਖ ਵਿਕਾਰਾਂ ਦੇ ਵਿੱਚ ਸੜਦਾ ਹੈ ਔਰ ਸੜਿਆ ਬਲਿਆ ਰਹਿੰਦਾ, ਹਰ ਵਕਤ ਖਿਜਦਾ ਰਹੇਗਾ। ਇਹ ਚੀਜ਼ਾਂ ਅਸੀਂ ਆਪਣੇ ਆਪ ਤੇ ਵੀ ਵੇਖਣੀਆਂ ਨੇ। ਦੇਖੋ, ਅਸੀਂ ਆਮ ਜ਼ਿੰਦਗੀ ਵਿੱਚ ਜੀਵਨ ਜੀਂਦੇ ਹਾਂ, ਕਈ ਲੋਕਾਂ ਦੀ ਬੋਲ ਬਾਣੀ ਬੜੇ ਪਿਆਰ ਵਾਲੀ, ਠਰਮੇ ਵਾਲੀ ਹੁੰਦੀ ਹੈ, ਤੇ ਕਈ ਲੋਕਾਂ ਦੇ ਜਿਹੜੇ ਬੋਲ ਨੇ ਉਹ ਆਮ ਵੀ ਬੋਲਦੇ ਹੋਣ ਤੇ ਇੰਜ ਲੱਗਦਾ ਜਿਵੇਂ ਖਾਣ ਨੂੰ ਪੀਂਦੇ ਨੇ। ਬੋਲ ਬਾਣੀ ਹੈ ਨਾ, ਖਿਜੇ ਹੋਏ ਨੇ, ਔਰ ਆਪਣੀ ਜੋ ਅੰਦਰ ਦੀ ਖਿਜ ਹੈ ਉਹ ਬੰਦਾ ਦੂਜਿਆਂ ਦੇ ਉੱਤੇ ਪ੍ਰਗਟ ਕਰਦਾ ਰਹਿੰਦਾ ਹੈ। ਇਹਨੂੰ ਅਸੀਂ ਆਪਣੇ ਪਰਸਨਲ ਤਜਰਬੇ ਵਿੱਚੋਂ ਵੀ ਵੇਖ ਸਕਦੇ ਹਾਂ।
ਆਪਣੇ ਸੱਜਣਾ ਮਿੱਤਰਾਂ ਵਿੱਚ ਵੇਖ ਸਕਦੇ ਹਾਂ, ਆਸ-ਪਾਸ ਚੌਗਿਰਦੇ ਸਮਾਜ ਵਿੱਚ ਵੇਖ ਸਕਦੇ ਹਾਂ, ਕਿਵੇਂ ਬੰਦਾ ਖਿਝਿਆ ਫਿਰਦਾ ਹੈ। ਬੰਦੇ ਦੇ ਅੰਦਰ ਧਰਮਾ ਨਹੀਂ ਹੈ, ਬੰਦੇ ਦੇ ਅੰਦਰ ਸ਼ਾਂਤੀ ਨਹੀਂ ਹੈ। ਤਾਂ ਗੁਰੂ ਦੇ ਗਿਆਨ ਤੋਂ ਬਿਨਾ ਬੰਦਾ ਵਿਕਾਰਾਂ ਵਿੱਚ ਜਲ ਕੇ ਸੜ ਕੇ ਖਿਝਦਾ ਰਹਿੰਦਾ ਹੈ। ਬੇਸ਼ੱਕ ਉਹ ਸਮਾਧੀਆਂ ਲਾਉਂਦਾ ਰਹੇ, ਬੇਸ਼ੱਕ ਉਹ ਤੀਰਥਾਂ ਤੇ ਨਹਾਉਂਦਾ ਰਹੇ, ਬੇਸ਼ੱਕ ਉਹ ਜਪ ਤਪ ਸੰਜਮ ਕਰਦਾ ਰਹੇ, ਪਾਠ ਪੂਜਾ ਕਰਦਾ ਰਹੇ, ਜੇ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀ ਰਿਹਾ ਤੇ ਖਿਜੇ ਹੋਏ ਵੇਖੋਗੇ ਲੋਕ, ਧਰਮ ਦੀ ਦੁਨੀਆ ਵਿੱਚ ਵੀ ਖਿਜੇ ਹੋਏ ਵੇਖੋਗੇ। ਬਿੰਦ ਨਾ ਰਾਖਿਆ, ਸ਼ਬਦ ਨਾ ਭਾਖਿਆ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬਿੰਦ ਨਾ ਰਾਖਿਆ, ਜਿਸ ਮਨੁੱਖ ਨੇ ਗੁਰੂ ਸ਼ਬਦ ਨਹੀਂ ਉਚਾਰਿਆ ਉਹਨੇ ਜਤੀ ਬਣ ਕੇ ਵੀ ਕੁਝ ਨਹੀਂ ਖੱਟਿਆ। ਇਹ ਚੀਜ਼ ਸਮਝਣ ਵਾਲੀ ਹੈ। ਬਿੰਦ ਨਾ ਰਾਖਿਆ, ਬਿੰਦ ਦਾ ਮਤਲਬ ਵੀਰਜ ਹੈ। ਜਿਸ ਮਨੁੱਖ ਨੇ ਸ਼ਬਦ ਨਾ ਭਾਖਿਆ, ਭਾਖਿਆ ਦਾ ਮਤਲਬ ਹੈਗਾ ਬੋਲ ਬਾਣੀ ਉਚਾਰਨਾ, ਗੁਰੂ ਸ਼ਬਦ ਮੁਤਾਬਕ ਜ਼ਿੰਦਗੀ ਜੀਣੀ। ਜਿਸ ਮਨੁੱਖ ਨੇ ਪ੍ਰਭੂ ਦੀ ਸਿਫਤ ਸਲਾਹ ਨਹੀਂ ਕੀਤੀ, ਗੁਰਬਾਣੀ ਅਨੁਸਾਰ ਜ਼ਿੰਦਗੀ ਨਹੀਂ ਜੀਵੀ, ਗੁਰੂ ਉਪਦੇਸ਼ ਮੁਤਾਬਕ ਜੀਵਨ ਨਹੀਂ ਜੀਵਿਆ, ਜਿਨੇ ਰੱਬੀ ਰਜਾ ਦੀ ਗੱਲ ਨਹੀਂ ਕੀਤੀ, ਰੱਬੀ ਰਜਾ ਵਿੱਚ ਨਹੀਂ ਤੁਰਿਆ, ਬਿੰਦ ਨਾ ਰਾਖਿਆ ਦਾ ਮਤਲਬ ਉਹਨੇ ਜਤੀ ਬਣ ਕੇ ਕੁਝ ਨਹੀਂ ਖੱਟਿਆ, ਉਹਨੂੰ ਕੁਛ ਲਾਭ ਨਹੀਂ ਹੈ। ਪਹਿਲੀ ਗੱਲ ਤਾਂ ਇਹ ਬਿੰਦ ਜਿਹੜਾ ਹੈ ਰਹਿ ਹੀ ਨਹੀਂ ਸਕਦਾ ਅੰਦਰ। ਗੁਰੂ ਜੀ ਦੀ ਪਾਵਨ ਬਾਣੀ ਦਾ ਵਚਨ ਹੈ, ਜਤਨ ਕਰੇ ਬਿੰਦ ਕਿਵੇਂ ਨਾ ਰਹਾਈ, ਮਨੁਆ ਡੋਲੇ ਨਰਕੇ ਪਾਈ। ਆਪ ਇਹ ਪੰਕਤੀ ਨੋਟ ਕਰਨੀ ਚਾਹੋ ਤਾਂ ਕਰ ਸਕਦੇ ਹੋ। ਜਤਨ ਕਰੇ, ਜੱਜਾ ਤੱਤਾ ਨੰਨਾ, ਜਤਨ ਕਰੇ ਬਿੰਦ ਕਿਵੇਂ ਨਾ ਰਹਾਈ, ਮਨੁਆ ਡੋਲੇ ਨਰਕੇ ਪਾਈ। ਤੇ ਸਪੋਜ਼ ਕੋਈ ਇਸ ਰੱਬੀ ਕਾਨੂੰਨ ਦੇ ਉਲਟ ਮੰਨ ਲਓ, ਹੋ ਨਹੀਂ ਸਕਦਾ, ਲੇਕਿਨ ਸਪੋਜ਼ ਜੇ ਕੋਈ ਰੋਕ ਵੀ ਲਵੇ ਤਾਂ ਉਹਦੀ ਕੋਈ ਬਹੁਤ ਵੱਡੀ ਮਹਾਨਤਾ ਨਹੀਂ ਹੈ ਧਰਮ ਦੀ ਦੁਨੀਆ ਵਿੱਚ। ਰੱਬੀ ਦਰਗਾਹ ਵਿੱਚ ਉਹਨੂੰ ਕੋਈ ਮਤਲਬ ਇਹ ਨਹੀਂ ਕਿ ਉਹ ਰੱਬ ਨੂੰ ਪਾ ਲਵੇਗਾ ਜਾਂ ਉਹਨੂੰ ਮੁਕਤੀ ਮਿਲ ਜਾਏਗੀ ਜਾਂ ਉਹਨੂੰ ਬ੍ਰਹਮ ਗਿਆਨ ਹੋ ਜਾਏਗਾ, ਐਸਾ ਕੁਛ ਨਹੀਂ। ਭਗਤ ਕਬੀਰ ਜੀ ਨੇ ਸਾਰੇ ਸ਼ੰਕੇ ਦੂਰ ਕਰ ਦਿੱਤੇ ਨੇ। ਬਿੰਦ ਰਾਖ ਜੋ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਕਿ ਜੇ ਜਤੀ ਰਹਿਣ ਦੇ ਨਾਲ ਰੱਬ ਮਿਲਦਾ ਹੋਵੇ ਤਾਂ ਫਿਰ ਖੁਸਰਿਆਂ ਨੂੰ ਮੁਕਤੀ ਮਿਲ ਜਾਣੀ ਚਾਹੀਦੀ ਹੈ, ਪਰਮ ਅਵਸਥਾ ਮਿਲ ਜਾਣੀ ਚਾਹੀਦੀ ਹੈ। ਇਸ ਲਈ ਸਿੱਖ ਧਰਮ ਦੇ ਅੰਦਰ ਇਹ ਜੋ ਜਾਤ ਆਦਿਕ ਹੈ ਇਹਦੀ ਕੋਈ ਵੈਲਿਊ ਨਹੀਂ ਹੈ, ਤਿਆਗ ਦੀ ਵੈਲਿਊ ਨਹੀਂ ਹੈ। ਇਹ ਗ੍ਰਸਤੀਆਂ ਦਾ ਧਰਮ ਹੈ, ਔਰ ਜੋ ਗ੍ਰਸਤ ਹੈ ਇਹ ਕੁਦਰਤ ਵੱਲੋਂ ਸੰਸਾਰ ਨੂੰ ਮਿਲਿਆ ਹੈ। ਮਨੁੱਖੀ ਨਸਲਾਂ ਤਾਂ ਹੀ ਇਸ ਸੰਸਾਰ ਤੇ ਜ਼ਿੰਦਾ ਰਹਿ ਸਕਦੀਆਂ ਨੇ, ਨਹੀਂ ਤਾਂ ਮਨੁੱਖੀ ਨਸਲਾਂ ਵਧਣਗੀਆਂ ਨਹੀਂ। ਇਸ ਲਈ ਗੁਰੂ ਜੀ ਕਹਿੰਦੇ ਨੇ ਜਿਸ ਮਨੁੱਖ ਨੇ ਗੁਰੂ ਸ਼ਬਦ ਨਹੀਂ ਉਚਾਰਿਆ, ਗੁਰੂ ਸ਼ਬਦ ਅਨੁਸਾਰ ਜ਼ਿੰਦਗੀ ਨਹੀਂ ਜੀਵੀ, ਬਿੰਦ ਨਾ ਰੱਖਿਆ, ਸਮਝ ਲਓ ਉਹਨੇ ਬਿੰਦ ਨਹੀਂ ਰੱਖਿਆ, ਭਾਵ ਉਹਨੂੰ ਬ੍ਰਹਮਚਾਰੀ ਹੋਣ ਦਾ ਕੋਈ ਲਾਭ ਨਹੀਂ ਹੈ, ਬਿਲਕੁਲ ਵੀ ਲਾਭ ਨਹੀਂ। ਪਵਨ ਨਾ ਸਾਧਿਆ, ਸੱਚ ਨਾ ਅਰਾਧਿਆ। ਹੁਣ ਪਵਨ ਨਾ ਸਾਧਿਆ ਨੂੰ ਹੀ ਸਮਝ ਲੈਣਾ। ਪਵਨ ਜਿਸ ਨੇ ਪ੍ਰਭੂ ਨੂੰ ਸਿਮਰਿਆ ਨਹੀਂ, ਸੱਚ ਨਾ ਅਰਾਧਿਆ ਦਾ ਮਤਲਬ ਜਿਸ ਨੇ ਸੱਚ ਨੂੰ ਅਰਾਧਿਆ ਨਹੀਂ, ਜੋ ਸੱਚਾ ਨਹੀਂ ਹੋਇਆ, ਸਚਿਆਰ ਨਹੀਂ ਹੋਇਆ, ਜੋ ਮਨ ਵਚਨ ਕਰਮ ਕਰਕੇ ਸੱਚ ਦਾ ਧਾਰਨੀ ਨਹੀਂ ਹੈ, ਤਾਂ ਗੁਰੂ ਜੀ ਕਹਿੰਦੇ ਨੇ ਪਵਨ ਨਾ ਸਾਧਿਆ। ਤਾਂ ਸਮਝ ਲਓ ਉਹਨੇ ਪਵਨ ਪੂਨ ਕੋਈ ਨਹੀਂ ਸਾਧਿਆ, ਮੀਨਸ ਕਿ ਉਹਨੂੰ ਪ੍ਰਾਣਾਯਾਮ ਕਰਕੇ ਕੋਈ ਖੱਟੀ ਨਹੀਂ ਖੱਟੀ ਉਹਨੇ। ਇਹ ਸਮਝ ਲਓ ਕਿ ਉਹਨੇ ਪ੍ਰਾਣਾਯਾਮ ਕੀਤਾ ਹੀ ਨਹੀਂ, ਮੀਨਸ ਕਿ ਜੋ ਸੱਚ ਦਾ ਧਾਰਨੀ ਨਹੀਂ ਹੈ ਉਹਨੂੰ ਇਹ ਪ੍ਰਾਣਾਯਾਮ ਕਰਨ ਦਾ, 10ਵੇਂ ਦੁਆਰ ਵਿੱਚ ਪ੍ਰਾਣ ਚੜਾਉਣ ਦਾ ਜਾਂ ਇੜਾ ਪਿੰਗਲਾ ਰਾਹੀਂ ਸਾਹ ਹੇਠਾਂ ਉਤਾਂ ਕਰਨ ਦਾ ਕੋਈ ਲਾਭ ਨਹੀਂ ਹੈ। ਗੱਲ ਤੇ ਸੱਚੀ ਜ਼ਿੰਦਗੀ ਜੀਣ ਦੀ ਹੈ। ਤੇ ਜੇ ਕੋਈ ਬੰਦਾ ਸਾਹ ਹੇਠਾਂ ਉਤਾਂ ਕਰਦਾ ਰਵੇ, ਇੜਾ ਪਿੰਗਲਾ ਰਾਹੀਂ ਸਾਹ ਉਤਾਂ ਲਵੇ, ਫਿਰ ਬੰਦ ਲਾਏ, ਫਿਰ ਛੱਡੇ, 10ਵੇਂ ਦੁਆਰ ਵਿੱਚ ਪ੍ਰਾਣ ਚੜਾਉਣ ਦਾ ਯਤਨ ਕਰੇ, ਜੋ ਕਿ ਮਿੱਥ ਹੈ, ਔਰ ਸੱਚੀ ਜ਼ਿੰਦਗੀ ਨਾ ਜੀਵੇ, ਠੱਗੀਆਂ ਮਾਰੇ, ਕ੍ਰੋਧੀ ਹੋਵੇ, ਲੋਭੀ ਹੋਵੇ, ਤਾਂ ਉਹਨੂੰ ਖੱਟੀ ਕਾਹਦੀ ਹੁੰਦੀ, ਵਿਅਰਥ ਕਰਮ ਨੇ। ਇਸ ਲਈ ਮੇਨ ਚੀਜ਼ ਹੈ ਸੱਚ ਨੂੰ ਅਪਣਾਣਾ, ਸਚਿਆਰ ਹੋਣਾ, ਗੁਰੂ ਉਪਦੇਸ਼ ਮੁਤਾਬਕ ਜ਼ਿੰਦਗੀ ਜੀਣੀ। ਤਾਂ ਗੁਰੂ ਜੀ ਯੋਗੀਆਂ ਨੂੰ ਕਹਿ ਰਹੇ ਨੇ ਕਿ ਪਿਆਰਿਓ, ਜਿਸ ਨੇ ਸੱਚ ਦੀ ਅਰਾਧਨਾ ਨਹੀਂ ਕੀਤੀ, ਜੋ ਸੱਚ ਦੇ ਨਾਲ ਨਹੀਂ ਜੁੜਿਆ, ਜੋ ਕੁਦਰਤੀ ਨੇਮ ਨੇ, ਰੱਬ ਦੀ ਰਜ਼ਾ ਹੈ, ਉਹਨੂੰ ਇਹ ਪ੍ਰਾਣਾਯਾਮ ਕਰਨ ਦਾ
ਕੋਈ ਲਾਭ ਨਹੀਂ ਹੈ, ਉਹਨੇ ਕੁਛ ਨਹੀਂ ਖੱਟਿਆ, ਉਹਨੂੰ ਇਹਦੇ ਨਾਲ ਆਤਮਿਕ ਲਾਭ ਨਹੀਂ ਹੋਣਾ। ਅਕਥ ਕਥਾ ਲਈ ਸਮਕਰ ਰਹਿ, ਹੁਣ ਸਿਧਾਂਤ ਦੇ ਰਹੇ ਨੇ ਕਿ ਕਰਨਾ ਕੀ ਚਾਹੀਦਾ। ਅਕਥ ਕਥਾ, ਕਥਾ ਦਾ ਮਤਲਬ ਗੱਲਬਾਤ, ਸਿਫਤ ਸਲਾਹ। ਅਕਥ ਦਾ ਮਤਲਬ ਜੋ ਕਥਨ ਤੋਂ ਪਰੇ ਹੈ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਰੱਬ ਦੇ ਗੁਣ ਗਾ ਗਾ ਕੇ ਕੁਦਰਤ ਦਾ, ਰੱਬ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਕਾਰਨ ਕੀਤੇ ਬਿਲਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਕਥਨਾ ਕਥੀ ਨਾ ਆਵੇ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ ਕਰੋੜਾਂ ਹੀ। ਲੋਕਾਂ ਨੇ ਕਰੋੜਾਂ ਕਰੋੜਾਂ ਵਾਰ ਕਥਿਆ, ਲੇਕਿਨ ਉਹਦਾ ਅੰਤ ਨਹੀਂ ਪਾਇਆ। ਤਾਂ ਇੱਥੇ ਅਕਥ ਦਾ ਮਤਲਬ ਹੈ ਅਨੰਤ ਪ੍ਰਭੂ। ਜੇ ਅਨੰਤ ਪ੍ਰਭੂ ਦੀ ਸਿਫਤ ਸਲਾਹ ਕਰੇ ਔਰ ਸਮਕਰ ਰਹੇ, ਇੱਕ ਸਮਾਨ ਜੀਵਨ ਬਤੀਤ ਕਰੇ, ਸੁੱਖ ਦੁੱਖ ਵਿੱਚ ਵੀ, ਔਰ ਸਾਰਿਆਂ ਦੇ ਨਾਲ ਉਹਦਾ ਵਿਹਾਰ ਵੀ ਇੱਕੋ ਜਿਹਾ ਪਿਆਰ ਵਾਲਾ ਹੋਵੇ, ਮੇਰ ਤੇਰ ਦੇ ਵਿਤਕਰੇ ਨਾ ਹੋਣ, ਸੁੱਖ ਦੁੱਖ ਦੇ ਅੰਦਰ ਸਮ ਕਰਕੇ ਉਹਨੂੰ ਜਾਣੇ, ਸੁੱਖ ਦੁੱਖ ਨੂੰ, ਮਾਨ ਅਪਮਾਨ ਨੂੰ, ਯਾਨੀ ਸੱਚ ਦੇ ਨਾਲ ਜੁੜਿਆ ਰਹੇ। ਸੁੱਖ ਵਿੱਚ ਵੀ ਦੁੱਖ ਵਿੱਚ ਵੀ ਮਾਨ ਆਦਰ ਦੀ ਪਰਵਾਹ ਨਾ ਕਰਦਾ ਹੋਇਆ ਸੱਚ ਨਾਲ ਜੁੜਿਆ ਰਹੇ, ਔਰ ਸਾਰਿਆਂ ਦੇ ਨਾਲ ਇੱਕੋ ਜਿਹਾ ਸੱਚਾ ਔਰ ਪਿਆਰ ਵਾਲਾ ਵਿਹਾਰ ਕਰੇ ਤੇ ਪ੍ਰਭੂ ਦੀ ਸਿਫਤ ਸਲਾਹ ਕਰੇ। ਗੁਰੂ ਜੀ ਕਹਿੰਦੇ ਨੇ, ਤਉ ਨਾਨਕ ਆਤਮ ਰਾਮ ਕੋ ਲਹੈ। ਆਤਮ ਰਾਮ, ਰਾਮ ਦਾ ਮਤਲਬ ਰਮਿਆ ਹੋਇਆ, ਆਤਮ ਦਾ ਮਤਲਬ ਜੋ ਸਾਰੇ ਸੰਸਾਰ ਦੀ ਜਿੰਦ ਹੈ, ਆਤਮ ਰਾਮ ਦਾ ਮਤਲਬ ਸਾਰੇ ਸੰਸਾਰ ਦੀ ਜਿੰਦ, ਰੱਬ। ਤਾਂ ਉਹ ਬੰਦਾ ਸਾਰਿਆਂ ਦੀ ਜਿੰਦ ਪ੍ਰਭੂ ਦੀ ਪ੍ਰਾਪਤੀ ਕਰ ਸਕਦਾ ਹੈ, ਤਾਂ ਉਹ ਰੱਬ ਨੂੰ ਸਮਝ ਸਕਦਾ ਹੈ, ਰੱਬ ਵਿੱਚ ਲੀਨ ਹੋ ਸਕਦਾ ਹੈ। ਕਿਵੇਂ ਹੋ ਸਕਦਾ ਹੈ? ਅਕਥ ਕਥਾ ਲਈ ਸਮ ਕਰ ਰਹਿ, ਤਉ ਨਾਨਕ ਆਤਮ ਰਾਮ ਕੋਲ ਹੈ। हे ਨਾਨਕ, ਜੇ ਪ੍ਰਭੂ ਦੀ ਸਿਫਤ ਸਲਾਹ ਕਰਕੇ ਸਾਰਿਆਂ ਦੇ ਨਾਲ ਇੱਕ ਜੈਸਾ ਵਿਹਾਰ ਕਰੇ, ਦੁੱਖ ਸੁੱਖ ਵਿੱਚ ਬਰਾਬਰ ਰਹੇ, ਸਭ ਨਾਲ ਇੱਕ ਜੈਸਾ ਵਿਹਾਰ ਕਰੇ, ਤਾਂ ਬੰਦਾ ਰੱਬ ਦੇ ਅੰਦਰ ਲੀਨ ਹੋ ਸਕਦਾ ਹੈ। ਦੇਖੋ ਕਿੰਨਾ ਸੌਖਾ ਸਾਧਨ ਹੈ। ਇੱਥੇ ਹੁਣ ਕੋਈ ਗੱਲ ਹੈ ਕਿ ਸਵੇਰੇ ਉੱਠ ਕੇ ਤੁਸੀਂ ਸਮਾਧੀ ਲਾਓ, ਜਾਂ ਸ਼ਾਮ ਨੂੰ ਸਮਾਧੀ ਲਾਓ, ਜਾਂ ਦੁਪਹਿਰ ਨੂੰ ਲਾਓ, ਜਾਂ ਦਸਮ ਦੁਆਰ ਵਿੱਚ ਪ੍ਰਾਨ ਚੜਾਓ, ਜਾਂ ਤਿਆਗ ਕਰੋ, ਜਾਂ ਮਾਲਾ ਫੇਰੋ, ਜਾਂ ਜਪ ਤਪ ਸੰਜਮ ਕਰੋ, ਜਾਂ ਬਾਬੇ ਬਣੋ, ਜਾਂ ਤੁਸੀਂ ਗੁਫਾਵਾਂ ਵਿੱਚ ਵੜੋ, ਜਾਂ ਪਹਾੜਾਂ ਤੇ ਚੜੋ, ਜਾਂ ਭੋਰਿਆਂ ਵਿੱਚ ਵੜੋ। ਸਾਫ਼ ਸੁਥਰੀ ਗੱਲ, ਲੇਕਿਨ ਸਾਨੂੰ ਉਲਝਾ ਦਿੱਤਾ ਗਿਆ ਔਰ ਅਸੀਂ ਖੁਦ ਵੀ ਉਲਝ ਗਏ। ਉਹਦਾ ਕਾਰਨ ਸਿਰਫ ਇੰਨਾ ਹੈ ਕਿ ਅਸੀਂ ਪਾਵਨ ਬਾਣੀ ਦੇ ਨਾਲ ਆਪ ਨਹੀਂ ਜੁੜੇ। ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਜਿੰਨਾ ਕੰਮਾਂ ਤੋਂ ਵਰਜਿਆ ਸੀ ਨਾ ਲੋਕਾਂ ਨੂੰ, ਜੋਗੀਆਂ ਨੂੰ ਤੇ ਹੋਰ ਮਤਲਬ ਪੁਜਾਰੀਆਂ ਨੂੰ, ਜਾਂ ਆਮ ਜਨਤਾ ਨੂੰ, ਜਾਂ ਰਾਜਨੀਤਿਕਾਂ ਨੂੰ, ਅੱਜ ਅਸੀਂ ਫਿਰ ਉੱਥੇ ਦੇ ਉੱਥੇ ਵਾਪਸ ਚਲੇ ਗਏ। ਕਰਮਕਾਂਡ ਸਾਡੇ ਵਿੱਚ ਆ ਗਏ। ਆ ਜਿੰਨੀਆਂ ਵੀ ਸਮਾਧੀਆਂ ਤੇ ਦਸਮ ਦੁਆਰ ਤੇ ਹੋਰ ਪਤਾ ਨਹੀਂ ਕੀ ਕੁਛ ਸਾਡੇ ਅੰਦਰ ਇਹ ਚੀਜ਼ਾਂ ਪਾ ਦਿੱਤੀਆਂ। ਉਹਦਾ ਰੀਜ਼ਨ ਇਹ ਰਿਹਾ, ਕਾਰਨ ਜੋ ਮੈਨੂੰ ਪ੍ਰਤੀਤ ਹੁੰਦਾ ਹੈ ਕਿ ਸਿੱਖ ਬਾਣੀ ਦੇ ਨਾਲ ਆਪ ਨਹੀਂ ਜੁੜਿਆ। ਧੰਨ ਗੁਰੂ ਗੋਬਿੰਦ ਸਿੰਘ ਨੇ ਉਪਦੇਸ਼ ਕੀਤਾ ਸੀ ਨਾ ਕਿ ਸਾਰੇ ਸਿੱਖਾਂ ਨੂੰ ਹੁਕਮ ਇਹੋ ਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ। ਆਪਣਾ ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਤੇ ਸਿੱਖ ਦਾ ਡਾਇਰੈਕਟ ਸੰਬੰਧ ਹੋਣਾ ਚਾਹੀਦਾ ਗੁਰੂ ਦੇ ਨਾਲ। ਹਰ ਸਿੱਖ ਆਪ ਬਾਣੀ ਪੜ੍ਹੇਗਾ। ਮਤਲਬ ਇਹ ਹੈ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ ਕਿ ਮੈਂ ਵੀ, ਤੁਸੀਂ ਵੀ, ਹਰ ਸਿੱਖ ਨੇ ਬਾਣੀ ਆਪ ਪੜ੍ਹ ਕੇ ਸਮਝਣੀ ਹੈ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਹੈ। ਸਾਡੀ ਪ੍ਰੋਬਲਮ ਇਹ ਰਹੀ ਕਿ ਅਸੀਂ ਆਪ ਬਾਣੀ ਪੜ੍ਹੀ ਨਹੀਂ, ਅਰਥ ਭਾਵ ਵਿਚਾਰੇ ਨਹੀਂ, ਅਸੀਂ ਪਾਠ ਕਰਾਉਣ ਲੱਗ ਗਏ। ਸਹਿਜ ਪਾਠ ਕਰਾ ਲਓ, ਅਖੰਡ ਪਾਠ ਕਰਾ ਲਓ, ਅਸੀਂ ਕਰਾਉਣ ਲੱਗ ਗਏ। ਪ੍ਰੋਬਲਮ ਇੱਥੇ ਆਈ। ਗੱਲ ਇਹ ਨਹੀਂ ਕਿ ਸਹਿਜ ਪਾਠ ਔਰ ਅਖੰਡ ਪਾਠ ਕਰਾਉਣ ਦੀ ਵਿਰੋਧਤਾ ਹੈ, ਨਾ, ਬਿਲਕੁਲ ਵੀ ਨਹੀਂ। ਜਦੋਂ ਆਪ ਸਿੱਖ ਰਹਿਤ ਮਰਿਆਦਾ ਪੜੋਗੇ, ਉਹਦੇ ਵਿੱਚ ਸਪੈਸ਼ਲ ਲਿਖਿਆ ਹੈ ਕਿ ਪਾਠ ਜਿਸ ਪਰਿਵਾਰ ਨੇ ਕਰਨਾ ਹੈ ਉਹ ਸਾਰਾ ਪਰਿਵਾਰ ਆਪ ਮਿਲ ਕੇ ਕਰੇ। ਸੰਗਤ ਜਾਂ ਪਰਿਵਾਰ ਦੇ ਲੋਕ ਆਪ ਜੀ ਮਿਲ ਕੇ ਕਰਨ। ਤੇ ਜੇ ਕੋਈ ਪਾਠ ਨਹੀਂ ਕਰ ਸਕਦਾ, ਕੋਈ ਪੜ੍ਹਿਆ ਨਹੀਂ ਹੈ, ਤਾਂ ਨਾਲ ਇਹ ਚੀਜ਼ ਲਿਖੀ ਕਿ ਉਹ ਬੈਠ ਕੇ ਸੁਣੇ।
ਇਹ ਨਾ ਹੋਵੇ ਕਿ ਪਾਠੀ ਇਕੱਲਾ ਪੜ੍ਹਦਾ ਰਹੇ ਤੇ ਕੋਈ ਸੁਣਨ ਵਾਲਾ ਹੋਵੇ ਹੀ ਨਾ। ਪਰ ਅੱਜ ਅਸੀਂ ਐਸਾ ਕੁਛ ਹੀ ਕਰ ਬੈਠੇ ਹਾਂ। ਇਸ ਲਈ ਜ਼ਰੂਰਤ ਹੈ ਅਸੀਂ ਬਾਣੀ ਆਪ ਪੜ੍ਹੀਏ, ਗੁਰਬਾਣੀ ਦੇ ਅਰਥ ਭਾਵ ਆਪ ਵਿਚਾਰੀਏ, ਤਾਂ ਇਹ ਜ਼ਿੰਦਗੀ ਬਿਲਕੁਲ ਸੌਖੀ ਹੋ ਜਾਏਗੀ, ਹਲਕੀ ਫੁਲਕੀ ਹੋ ਜਾਏਗੀ, ਆਤਮਿਕ ਜੀਵਨ ਮਿਲੇਗਾ, ਜਿਉਂਦੇ ਜੀਵਨ ਮੁਕਤੀ ਦਾ ਆਨੰਦ ਮਾਣਾਂਗੇ। ਚਾਰ ਚਫੇਰੇ ਪ੍ਰਭੂ ਦਾ ਨੂਰ, ਉਹਦਾ ਜ਼ਹੂਰ, ਉਹਦਾ ਜਲਵਾ ਨਜ਼ਰੀ ਪਵੇਗਾ। ਦੇਖੋ ਕਿੰਨਾ ਸੌਖਾ ਸਾਧਨ ਹੈ। ਅਕਥ ਕਥਾ ਲੈ ਸਮ ਕਰ ਰਹਿ, ਤੋ ਨਾਨਕ ਆਤਮ ਰਾਮ ਕੋ ਲਹਿ। ਤੇ ਇਹ ਗੱਲ ਉਹਨਾਂ ਨੂੰ ਕਹਿ ਰਹੇ ਨੇ ਜੋ ਸਮਾਧੀਆਂ ਲਾਉਣ ਦੇ ਮਾਹਿਰ ਸਨ, ਜਿਨ੍ਹਾਂ ਨੇ ਮਾਸਟਰੀ ਕੀਤੀ ਸੀ, ਜਿਹੜੇ ਇਹ ਦਾਅਵਾ ਕਰਦੇ ਸਨ ਕਿ ਸਾਡੇ ਕੋਲ ਕਰਾਮਾਤਾਂ ਨੇ, ਤੇ ਹੋਰ ਲੋਕ ਵੀ ਦਾਅਵਾ ਕਰਦੇ ਸਨ। ਉਹਨਾਂ ਨੂੰ ਇਹ ਚੀਜ਼ ਸਮਝਾਈ ਜਾ ਰਹੀ ਹੈ ਕਿ ਸੱਜਣੋ ਤੁਸੀਂ ਭੁੱਲੇ ਹੋ, ਇਹ ਧਰਮ ਦਾ ਮਾਰਗ ਨਹੀਂ ਹੈ। ਧਰਮ ਜਿਹੜਾ ਹੈ ਉਹ ਸੱਚ ਦੇ ਨਾਲ ਜੁੜਨਾ ਹੈ। ਗੁਰ ਪ੍ਰਸਾਦੀ ਰੰਗੇ ਰਾਤਾ। ਗੁਰ ਪ੍ਰਸਾਦੀ, ਹੁਣ ਇਸ ਪ੍ਰੇਮ ਦੇ ਵਿੱਚ ਬੰਦਾ ਕਿਵੇਂ ਰੰਗਿਆ ਜਾਏ, ਇਹ ਪ੍ਰੇਮ ਕਿਵੇਂ ਪੈਦਾ ਹੋਏਗਾ? ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੁਰ ਪ੍ਰਸਾਦੀ ਦਾ ਮਤਲਬ ਗੁਰੂ ਦੀ ਕਿਰਪਾ ਨਾਲ। ਗੁਰੂ ਦੀ ਕਿਰਪਾ ਨਾਲ ਜਿਹੜਾ ਮਨੁੱਖ ਪਿਆਰ ਦੇ ਅੰਦਰ ਰੰਗਿਆ ਜਾਂਦਾ ਹੈ। ਗੁਰੂ ਦੀ ਕਿਰਪਾ ਕੀ ਹੈ? ਗੁਰੂ ਦਾ ਗਿਆਨ। ਹੁਣ ਰੰਗ ਦੇ ਅੰਦਰ ਅਸੀਂ ਆਪਣੇ ਆਪ ਨੂੰ ਆਪ ਰੰਗਣਾ ਹੈ। ਪਿਆਰ ਧੱਕੇ ਨਾਲ ਪੈਦਾ ਨਹੀਂ ਕੀਤਾ ਜਾਂਦਾ, ਪਿਆਰ ਅੰਦਰੋਂ ਪੈਦਾ ਹੁੰਦਾ ਹੈ। ਇਹ ਚੀਜ਼ਾਂ ਸਾਡੇ ਅੰਦਰੋਂ ਪੈਦਾ ਹੋਣੀਆਂ ਚਾਹੀਦੀਆਂ ਨੇ ਕਿ ਅਸੀਂ ਸੱਚ ਦੇ ਨਾਲ ਜੁੜਨਾ ਹੈ। ਮੈਂ ਗੁਰਬਾਣੀ ਆਪ ਪੜ੍ਹਨੀ ਹੈ, ਗੁਰਬਾਣੀ ਆਪ ਸਮਝਣੀ ਹੈ, ਮੈਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਹੈ। ਮੈਨੂੰ ਗੁਰੂ ਜੀ ਨੇ ਐਸੇ ਜੀਵਨ ਦਾ ਰਾਹ ਦੱਸਿਆ ਹੈ, ਔਰ ਇਹ ਰਾਸਤਾ ਇੰਨਾ ਮਹਾਨ ਹੈ ਸੱਚ ਦਾ ਕਿ ਇਸ ਸੱਚ ਦੇ ਰਾਹ ਵਾਸਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਸ਼ਹੀਦੀ ਪਾਈ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੂਰਾ ਸਰਬੰਸ ਵਾਰ ਦਿੱਤਾ ਹੈ। ਹੋਰ ਕਿੰਨੇ ਸਿੰਘ ਇਸ ਸੱਚ ਵਾਸਤੇ ਸ਼ਹੀਦੀਆਂ ਪਾ ਗਏ ਨੇ। ਕਿੰਨਾ ਵੱਡਾ ਸੱਚ ਦਾ ਰਾਹ ਹੈ। ਕੋਈ ਕਿਸੇ ਦਾ ਹੱਕ ਨਾ ਖਾਏ, ਮਨੁੱਖ ਨੂੰ ਮਨੁੱਖੀ ਹੱਕ ਮਿਲਣ, ਬੰਦਾ ਬੰਦੇ ਨੂੰ ਬੰਦਾ ਸਮਝੇ, ਬੰਦਾ ਬੰਦੇ ਦੇ ਨਾਲ ਰੱਬ ਵਰਗਾ ਪਿਆਰ ਕਰੇ, ਬੰਦਾ ਉੱਚਾ ਆਤਮਿਕ ਜੀਵਨ ਜੀ ਸਕੇ, ਕੋਈ ਕਿਸੇ ਦੀ ਲੁੱਟ ਖਸੁੱਟ ਨਾ ਕਰੇ, ਨਾ ਧਾਰਮਿਕ ਤੌਰ ਤੇ ਅੰਧ ਵਿਸ਼ਵਾਸ ਫੈਲਾ ਕੇ, ਨਾ ਰਾਜਨੀਤਿਕ ਆਰਥਿਕ ਤੌਰ ਤੇ ਕਿਸੇ ਦਾ ਆਰਥਿਕ ਔਰ ਮਾਨਸਿਕ ਸ਼ੋਸ਼ਣ ਨਾ ਕੀਤਾ ਜਾਏ। ਗੁਰ ਪ੍ਰਸਾਦੀ ਰੰਗੇ ਰਾਤਾ। ਸਤਿਗੁਰ ਦੀ ਮਿਹਰ ਦੇ ਨਾਲ ਜੋ ਪਿਆਰ ਵਿੱਚ ਰੰਗੀਜਦਾ ਹੈ, ਉਹਨੂੰ ਮਿਲਦਾ ਕੀ ਹੈ? ਅੰਮ੍ਰਿਤ ਪੀਆ ਸਾਚੇ ਮਾਤਾ। ਮਾਤਾ ਨਹੀਂ ਪੜਨਾ, ਮਾਤਾ। ਅੰਮ੍ਰਿਤ ਪੀਆ, ਉਹ ਆਤਮਿਕ ਜੀਵਨ ਦੇਣ ਵਾਲਾ ਜਲ ਪੀਂਦਾ ਹੈ। ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਕਿਹੜਾ? ਜਿਹੜੇ ਰੱਬੀ ਗੁਣ ਨੇ, ਰੱਬੀ ਗੁਣ, ਸਤ, ਸੰਤੋਖ, ਨਿਰਭੈਤਾ, ਨਿਰਵੈਰਤਾ, ਜਿੰਨੇ ਵੀ ਇਹ ਗੁਣ ਨੇ, ਇਹਨਾਂ ਮੁਤਾਬਕ ਜ਼ਿੰਦਗੀ ਜੀ ਕੇ ਇਹਨਾਂ ਦੇ ਰਸ ਨੂੰ ਪੀਂਦਾ। ਹੁਣ ਦੇਖੋ ਰਸ ਸਾਰੇ ਪੀ ਰਹੇ ਨੇ, ਕੋਈ ਕਾਮ ਦਾ, ਕੋਈ ਕ੍ਰੋਧ ਦਾ, ਲੋਭ ਦਾ, ਮੋਹ ਦਾ, ਪਰ ਇਹ ਮਾੜੇ ਰਸ ਨੇ, ਇਹ ਅਨਰਸ ਨੇ। ਇਹਨਾਂ ਦੇ ਵਿੱਚ ਸੁੱਖ ਨਹੀਂ ਹੈ, ਇਹਨਾਂ ਦੇ ਵਿੱਚੋਂ ਦੁੱਖ ਮਿਲੇਗਾ। ਪਰ ਜੇ ਕੋਈ ਰੱਬੀ ਗੁਣਾਂ ਦਾ ਰਸ ਪੀਵੇਗਾ, ਉਹਨੂੰ ਆਤਮਿਕ ਜੀਵਨ ਮਿਲੇਗਾ, ਉਹਦੇ ਅੰਦਰ ਇਨਸਾਨੀਅਤ ਪੈਦਾ ਹੋਏਗੀ, ਉਹਦੇ ਅੰਦਰੋਂ ਹੈਵਾਨੀਅਤ ਖਤਮ ਹੋਏਗੀ। ਨਾਲ ਕੀ? ਫਿਰ ਸਾਚੇ ਮਾਤਾ, ਉਹ ਸੱਚ ਦੇ ਅੰਦਰ ਮਸਤ ਰਹੇਗਾ। ਇਹ ਉਹਦੀ ਨਿਸ਼ਾਨੀ ਹੋਏਗੀ। ਜਿਨੇ ਇਹਨਾਂ ਗੁਣਾਂ ਦਾ ਆਨੰਦ ਮਾਣਿਆ ਨਾ, ਉਹ ਫਿਰ ਸਾਚੇ ਮਾਤਾ ਦਾ ਮਤਲਬ ਸੱਚ ਦੇ ਅੰਦਰ ਮਸਤ ਰਹੇਗਾ, ਸੱਚ ਦੇ ਅੰਦਰ ਉਹ ਟਿਕਿਆ ਰਹੇਗਾ, ਹਮੇਸ਼ਾ ਹਮੇਸ਼ਾ ਟਿਕਿਆ ਰਹੇਗਾ। ਔਰ ਵਾਸਤਵ ਦੇ ਅੰਦਰ ਜਿਨ੍ਹਾਂ ਨੇ ਇਹਨਾਂ ਗੁਣਾਂ ਦਾ ਰਸ ਮਾਣਿਆ ਨਾ, ਉਹ ਆਰੇ ਨਾਲ ਚਿਰ ਗਏ ਨੇ, ਦੇਗਾਂ ਵਿੱਚ ਉਬਲ ਗਏ ਨੇ, ਉਹਨਾਂ ਨੂੰ ਚਰਖੜੀਆਂ ਤੇ ਚੜਾ ਕੇ ਤੂੰਬੇ ਤੂੰਬੇ ਕਰ ਦਿੱਤਾ ਹੈ। ਉਹਨਾਂ ਦੇ ਮਾਸੂਮ ਬੱਚਿਆਂ ਦੇ ਟੁਕੜੇ ਟੁਕੜੇ ਗਲੇ ਚ ਪਾਤੇ ਨੇ ਹਾਰ ਬਣਾ ਕੇ, ਪਰ ਉਹ ਸੱਚ ਦੇ ਨਾਲੋਂ ਟੁੱਟੇ ਨਹੀਂ, ਮਸਤ ਨੇ। ਉੱਥੇ ਵੀ ਜਕਾਰੇ ਗੁਜ਼ਾਰੇ, ਤੇਰਾ ਕੀਆ ਮਿੱਠਾ ਲੱਗ ਗਏ। ਤਾਂ ਇਹ ਜ਼ਰੂਰਤ ਹੈ ਇਹਨਾਂ ਚੀਜ਼ਾਂ ਨੂੰ ਸਮਝ ਕੇ ਗੁਣਾਂ ਦੇ ਧਾਰਨੀ ਹੋਣ ਦੀ, ਔਰ ਸੱਚ ਤੇ ਡਟ ਕੇ ਪਹਿਰਾ ਦੇਣ ਦੀ। ਗੁਰ ਵਿਚਾਰੀ ਅਗਨ ਨਿਵਾਰੀ। ਹੁਣ ਅੱਗ ਕਿਵੇਂ ਖਤਮ ਹੋ ਜਾਏ? ਗੁਰ ਵਿਚਾਰੀ, ਇੱਥੇ ਵਿਚਾਰੀ ਦਾ ਮਤਲਬ ਹੈ ਵਿਚਾਰਵਾਨ। ਜੋ ਮਨੁੱਖ ਗੁਰੂ ਸ਼ਬਦ ਦੇ ਰਾਹੀਂ ਵਿਚਾਰਵਾਨ ਹੋ ਗਿਆ, ਵਿਚਾਰੀ ਦਾ ਮਤਲਬ ਵਿਚਾਰਵਾਨ।
मानी दा मतलब जो हुंदा ना, प्रभ के सिमरन दरग है मानी। मानी दा मतलब मान पान वाला। विचारी दा मतलब विचारवान। जो मनुख गुरु ज्ञान राही विचारवान हो जाता है। अगन निवारी दा मतलब वो फिर अपने अंदरों तृष्णा दी, विकारां दी अग नूं दूर कर लैंदा है। ਤਾਂ ਦੇਖੋ ਗੁਰੂ ਜੀ ਹੁਣ ਸਾਨੂੰ ਵਿਚਾਰਵਾਨ ਬਣਾਉਣਾ ਚਾਹੁੰਦੇ ਨੇ। ਹਰ ਮਨੁੱਖ ਨੂੰ ਵਿਚਾਰਵਾਨ ਹੋਣਾ ਚਾਹੀਦਾ ਹੈ। ਹਰ ਮਨੁੱਖ ਨੂੰ ਅਕਲ ਵਰਤਣੀ ਚਾਹੀਦੀ ਹੈ। ਕੁਦਰਤ ਨੇ, ਰੱਬ ਨੇ ਸਾਨੂੰ ਦਿਮਾਗ ਦਿੱਤਾ ਹੈ। ਇਸ ਦਿਮਾਗ ਦੀ ਵਰਤੋਂ ਕਰਨੀ ਹੈ, ਔਰ ਵਰਤੋਂ ਇਹਦੀ ਸਹੀ ਕਰਨੀ, ਗਲਤ ਨਹੀਂ ਕਰਨੀ। ਗਿਆਨ ਦੀ ਵਰਤੋਂ ਕਰਨੀ ਹੈ, ਸਹੀ ਗਿਆਨ ਦੀ, ਸੱਚ ਵਾਸਤੇ ਵਰਤੋਂ ਕਰਨੀ ਹੈ। ਗਿਆਨ ਦੀ ਸੁਵਰਤੋਂ ਕਰਨੀ ਹੈ। ਜਿਵੇਂ ਅਸੀਂ ਰੋਜ਼ ਵਿਚਾਰ ਕਰ ਹੀ ਰਹੇ ਹਾਂ ਕਿ ਜੋ ਅੰਗੂਰਾਂ ਦੀ ਦਵਾਈ ਬਣਾਉਂਦਾ ਹੈ, ਗਿਆਨ ਉਹਦੇ ਕੋਲ ਵੀ ਹੈ, ਤੇ ਜੋ ਅੰਗੂਰਾਂ ਦੀ ਸ਼ਰਾਬ ਬਣਾ ਦਿੰਦਾ ਹੈ, ਗਿਆਨ ਉਹਦੇ ਕੋਲ ਵੀ ਹੈ। ਹੁਣ ਜੇ ਕੋਈ ਸਾਨੂੰ ਸ਼ਰਾਬ ਬਣਾਉਣ ਲਈ ਕਵੇ ਤੇ ਸ਼ਾਇਦ ਨਾ ਬਣਾ ਪਾਵਾਂਗੇ, ਕਿਉਂਕਿ ਗਿਆਨ ਨਹੀਂ ਨਾ ਹੈ। ਇਸ ਲਈ ਗਿਆਨ ਤੇ ਹੈ ਉਹਦੇ ਕੋਲ ਵੀ ਜੋ ਸ਼ਰਾਬ ਬਣਾ ਰਿਹਾ ਹੈ, ਪਰ ਉਹ ਗਿਆਨ ਦੀ ਦੁਰਵਰਤੋਂ ਕਰ ਰਿਹਾ ਹੈ, ਨੁਕਸਾਨ ਵਾਸਤੇ ਵਰਤੋਂ ਕਰ ਰਿਹਾ ਹੈ। ਉਹਦੇ ਨਾਲ ਉਹਦਾ ਵੀ ਨੁਕਸਾਨ ਹੋਏਗਾ, ਹੋਰ ਲੋਕਾਂ ਦਾ ਵੀ ਨੁਕਸਾਨ ਹੋਏਗਾ। ਪਰ ਜਿਸ ਨੇ ਅੰਗੂਰਾਂ ਦੀ ਸਹੀ ਵਰਤੋਂ ਕੀਤੀ ਹੈ ਜਾਂ ਸਹੀ ਵਰਤੋਂ ਕਰਨੀ ਸਿਖਾਈ ਹੈ, ਉਹਦਾ ਆਪਣਾ ਵੀ ਲਾਭ ਹੋਏਗਾ, ਦੂਜੇ ਦਾ ਵੀ ਲਾਭ ਹੋਏਗਾ। ਇਸ ਲਈ ਇਸ ਦਿਮਾਗ ਦੀ ਵਰਤੋਂ ਐਵੇਂ ਕਰਨੀ ਹੈ ਕਿ ਮੇਰਾ ਵੀ ਲਾਭ ਹੋਵੇ ਤੇ ਬਾਕੀ ਦੇ ਵੀਰਾਂ ਭੈਣਾਂ ਦਾ ਵੀ, ਸਮਾਜ ਦਾ ਵੀ ਲਾਭ ਹੋਵੇ। ਗੁਰੂ ਜੀ ਸਾਨੂੰ ਵਿਚਾਰਵਾਨ ਬਣਾ ਰਹੇ ਨੇ, ਵਿਵੇਕ ਬੁੱਧ ਬਖਸ਼ਿਸ਼ ਕਰਦੇ ਨੇ, ਔਰ ਵਿਵੇਕ ਦੀ ਵਰਤੋਂ ਕਰਨੀ ਹੈ। ਗੁਰਬਾਣੀ ਤੋਂ ਸਾਨੂੰ ਹਿਦਾਇਤ ਮਿਲਦੀ ਹੈ। ਅਸੀਂ ਕਿਸੇ ਦੇ ਪਿਛਲੱਗ ਨਹੀਂ ਬਣਨਾ, ਅੰਧ ਵਿਸ਼ਵਾਸੀ ਬਣ ਕੇ ਐਵੇਂ ਹੀ ਕਿਸੇ ਦੇ ਪਿੱਛੇ ਨਹੀਂ ਤੁਰ ਪੈਣਾ। ਗੁਰੂ ਗਿਆਨ ਰਾਹੀਂ ਵਿਚਾਰਨਾ ਹੈ ਕਿ ਜੋ ਮੈਂ ਕੰਮ ਕਰਨ ਲੱਗਾ ਕਿ ਇਹ ਠੀਕ ਹੈ। ਇਹ ਨਹੀਂ ਕਿ ਫਲਾਂ ਬੰਦੇ ਨੇ ਕਹਿ ਦਿੱਤਾ ਤੇ ਫਿਰ ਠੀਕ ਹੈ, ਐਵੇਂ ਨਹੀਂ। ਆਪ ਵਿਚਾਰ ਕਰਨੀ ਹੈ। ਜਿਵੇਂ ਅਸੀਂ ਆਮ ਚੀਜ਼ਾਂ ਲਈ ਵਿਚਾਰ ਕਰਦੇ ਹਾਂ ਨਾ, ਦੇਖੋ ਅਸੀਂ ਖੜੇ ਕਿੱਥੇ ਆ, ਜੋ ਆਮ ਬੰਦਾ ਹੈ ਉਹ ਕਿੱਥੇ ਖੜਾ ਹੈ। ਕਿਸੇ ਨੇ ਜੁੱਤੀ ਲੈਣੀ ਹੋਵੇ ਨਾ, ਤੇ ਜੇ ਉਹ ਮੇਰੇ ਤੋਂ ਸਲਾਹ ਲਵੇ ਤੇ ਮੈਂ ਕਹਾਂ ਵੀ ਵੀਰ ਤੁਸੀਂ ਇਸ ਜੁੱਤੀ ਲੈ ਲਓ, ਤਾਂ ਉਹਨੇ ਮੇਰੇ ਕਹਿਣ ਨਾਲ ਜੁੱਤੀ ਨਹੀਂ ਲੈਣੀ। ਉਹਨੇ ਕਹਿਣਾ ਨਾ ਇਹ ਜੁੱਤੀ ਨਾ ਮੇਰੇ ਪੈਰਾਂ ਨੂੰ ਘੁੱਟਦੀ ਹੈ। ਜੇ ਮੈਂ ਦੂਜੀ ਕਹਾਂ ਵੀ ਇਹ ਲੈ ਲਓ, ਉਹ ਕਹਿੰਦਾ ਨਹੀਂ ਇਹ ਨਾ ਥੋੜੀ ਇਹਦੀ ਅੱਡੀ ਉੱਚੀ ਹੈ ਤੇ ਉੱਚੀ ਅੱਡੀ ਨਾਲ ਮੈਨੂੰ ਪ੍ਰੋਬਲਮ ਆਉਂਦੀ ਹੈ। ਤਾਂ ਬੰਦਾ ਜੁੱਤੀ ਵੇਖ ਕੇ ਲੈਂਦਾ ਹੈ, ਕਿਹੜੀ ਕੰਪਨੀ ਦੀ ਮੈਂ ਲੈਣੀ ਹੈ, ਕਿਹੜੀ ਮੇਰੇ ਪੈਰ ਨੂੰ ਸੌਖ ਰਵੇਗੀ। ਜੁੱਤੀ ਵੀ ਬੰਦਾ ਪਰਖ ਕੇ ਲੈਂਦਾ ਨਾ, ਦੂਜੇ ਦੇ ਕਹਿਣ ਨਾਲ ਨਹੀਂ ਲੈਂਦਾ। ਕੱਪੜੇ ਲੈਣੇ ਹੋਣ ਤੇ ਬੰਦਾ ਕਿੰਨੀ ਪਰਖ ਕਰਦਾ, ਕਿੰਨੇ ਸਟੋਰਾਂ ਤੇ ਬੰਦਾ ਫਿਰਦਾ ਤੇ ਬੰਦੇ ਤੇ ਛੇਤੀ ਖਰੀਦ ਲੈਣ ਤੇ ਭੈਣਾਂ ਨੂੰ ਤੇ ਪਤਾ ਵੀ ਪੂਰੀ ਦੁਕਾਨ ਖਿਲਾਰ ਦਿੰਦੀਆਂ ਨੇ। ਉਹ ਪਿੱਛੇ ਇੱਕ ਗੱਲ ਛਪੀ ਸੀ ਨਾ, ਬੀਬੀ ਗਈ ਦੁਕਾਨ ਤੇ ਕੱਪੜਾ ਲੈਣ ਤੇ ਦੁਕਾਨਦਾਰ ਨੇ ਕੱਪੜੇ 1 ਸੂਟ 2 ਸੂਟ ਸਾਰੀ ਦੁਕਾਨ ਦੇ ਕੱਪੜੇ ਉਹਨੇ ਖਿਲਾਰ ਮਾਰੇ ਤੇ ਕਹਿਣ ਲੱਗੀ ਨਾ ਭਾਜੀ ਨਾ ਚੁੱਕੋ, ਪਸੰਦ ਨਹੀਂ ਆਇਆ। ਘੰਟੇ ਬਾਅਦ ਤੁਰਨ ਲੱਗੀ ਤੇ ਦੁਕਾਨਦਾਰ ਵੀ ਖਿਜਿਆ ਸੀ ਵਿਚਾਰਾ, ਪਰ ਉਹ ਕਹਿਣ ਲੱਗਾ ਵੀ ਸੌਰੀ ਮੇਰੀ ਭੈਣ, ਵੀ ਮੈਂ ਤੈਨੂੰ ਕੋਈ ਕੱਪੜਾ ਪਸੰਦ ਨਹੀਂ ਕਰਾ ਸਕਿਆ। ਕਹਿਣ ਲੱਗੀ ਨਾ ਨਾ ਵੀਰ ਡੋਂਟ ਵਰੀ, ਵੈਸੇ ਵੀ ਮੈਂ ਘਰੋਂ ਸਬਜ਼ੀ ਲੈਣੀ ਆਈ ਸਾਂ, ਕੱਪੜਾ ਲੈਣ ਆਈ ਵੀ ਨਹੀਂ ਸਾਂ। ਯਾਨੀ ਅਸੀਂ ਕਰਦੇ ਆ ਨਾ ਐਵੇਂ, ਸੂਟ ਲੈਣਾ ਹੈ, ਜੁੱਤੀ ਲੈਣੀ ਹੈ, ਸਬਜ਼ੀ ਲੈਣੀ ਹੈ, ਅਸੀਂ ਕੱਲੀ ਕੱਲੀ ਭਿੰਡੀ ਵੀ ਵੇਖ ਵੇਖ ਕੇ ਲੈਂਦੇ ਆ, ਮਿਰਚਾਂ ਵੇਖ, ਔਰ ਲੈਣੀਆਂ ਵੀ ਚਾਹੀਦੀਆਂ ਨੇ। ਇਹ ਮੈਂ ਕਹਿ ਰਿਹਾ ਲੈਣੀਆਂ ਵੀ ਚਾਹੀਦੀਆਂ ਨੇ, ਵੇਖਣੀ ਚਾਹੀਦੀ ਹੈ ਆਪਣੀ ਪਸੰਦ। ਪਰ ਜਦੋਂ ਧਰਮ ਦੀ ਵਾਰੀ ਆਉਂਦੀ ਹੈ, ਉਦੋਂ ਸਾਨੂੰ ਜਿਹੜਾ ਮਰਜ਼ੀ ਕੋਈ ਕਹਿ ਦੇ ਅਸੀਂ ਉਧਰ ਹੀ ਤੁਰ ਪੈਂਦੇ। ਮੜੀਆਂ ਨੂੰ ਮੱਥਾ ਟੇਕਣ ਕਹਿ ਦਿਓ, ਕਿਸੇ ਖੋਤੇ ਉੱਤੇ ਕੱਪੜਾ ਪਾਇਆ ਹੋਵੇ ਨਾ ਪੀਲਾ, ਤੇ ਅਸੀਂ ਉਹਨੂੰ ਮੱਥਾ ਟੇਕਣ ਲੱਗ ਪੈਂਦੇ। ਵਿਚਾਰਨ ਦੀ ਲੋੜ ਹੈ ਧਰਮ ਦੀ ਦੁਨੀਆ ਵਿੱਚ ਜ਼ਿੰਦਗੀ ਜੀਣ ਵਾਸਤੇ, ਕਿਉਂਕਿ ਬਹੁਤ ਕੀਮਤੀ ਹੈ ਜੀਵਨ। ਇਹਨੂੰ ਐਵੇਂ ਨਹੀਂ ਕੱਟੇ ਮਿੱਟੀ ਰੁਲਣਾ। ਤਾਂ ਗੁਰੂ ਜੀ ਕਹਿੰਦੇ ਨੇ ਗੁਰ ਵਿਚਾਰੀ ਅਗਨ ਨਿਵਾਰੀ। ਜੋ ਗੁਰੂ ਦੇ ਸ਼ਬਦ ਰਾਹੀਂ ਵਿਚਾਰਵਾਨ ਹੋ ਜਾਂਦਾ ਹੈ, ਜੋ ਵਿਵੇਕ ਬੁੱਧ ਵਰਤਦਾ ਹੈ, ਉਹ ਬੰਦਾ ਫਿਰ ਆਪਣੇ ਅੰਦਰੋਂ ਵਿਕਾਰਾਂ ਦੀ ਅੱਗ ਬੁਝਾ ਲੈਂਦਾ ਹੈ। ਫਿਰ ਉਹਨੂੰ ਸਮਝ ਆ ਜਾਂਦੀ ਹੈ ਨਾ ਕਿ ਵਿਕਾਰ ਕਮਾਣੇ ਠੀਕ ਨਹੀਂ, ਅੰਧ ਵਿਸ਼ਵਾਸਾਂ ਵਿੱਚ ਵਿਚਰਨਾ ਠੀਕ ਨਹੀਂ ਹੈ। ਉਹ ਫਿਰ ਆਪਣੇ ਅੰਦਰੋਂ ਵਿਕਾਰਾਂ ਦੀ ਅੱਗ ਨੂੰ ਬੁਝਾਉਂਦਾ ਹੈ, ਕ੍ਰੋਧ ਨੂੰ ਖਤਮ ਕਰਦਾ ਹੈ, ਲੋਭ ਨੂੰ ਖਤਮ ਕਰਦਾ ਹੈ, ਹੰਕਾਰ ਨੂੰ ਖਤਮ ਕਰਦਾ ਹੈ, ਮੇਰ ਤੇਰ ਦੇ ਵਿਤਕਰਿਆਂ ਨੂੰ ਮਿਟਾਉਂਦਾ ਹੈ। ਅਗਲਾ ਬਚਨ ਕਰਦੇ ਨੇ, ਅਪਿਓ ਪੀਓ ਆਤਮ ਸੁਖ ਧਾਰੀ। ਪੀਓ ਦਾ ਮਤਲਬ ਉਹਨੇ ਪੀ ਲਿਆ, ਤੇ ਅਪਿਓ ਦਾ ਮਤਲਬ ਹੈ ਅੰਮ੍ਰਿਤ, ਆਤਮਕ ਜੀਵਨ ਜਿਸ ਤਰ੍ਹਾਂ ਹੀ ਮਿਲਦਾ ਹੈ, ਸੱਚ।
ਆਤਮ ਸੁਖਧਾਰੀ, ਸੁਖਧਾਰੀ ਦਾ ਮਤਲਬ ਸੁਖ ਉਹਨੇ ਲੱਭ ਲਿਆ, ਉਹਨੇ ਧਾਰੀ ਦਾ ਮਤਲਬ ਧਾਰ ਲਿਆ, ਸੁਖਾਂ ਦਾ ਧਾਰ ਨਹੀਂ ਹੋ ਗਿਆ, ਯਾਨੀ ਉਹਨੂੰ ਸੁਖ ਲੱਭ ਪਿਆ। ਤਾਂ ਜਿਸ ਨੇ ਇਹ ਸੱਚ ਰੂਪ ਅੰਮ੍ਰਿਤ ਪੀ ਲਿਆ, ਯਾਨੀ ਗੁਰੂ ਦੇ ਗਿਆਨ ਮੁਤਾਬਕ ਜਿਹਨੇ ਜ਼ਿੰਦਗੀ ਜੀ ਲਈ, ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਸੇਵਾ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ, ਇਹ ਜਿੰਨੇ ਵੀ ਗੁਣ ਨੇ, ਜਿਨ੍ਹਾਂ ਨੇ ਇਹਨਾਂ ਗੁਣਾਂ ਨੂੰ ਅਪਣਾ ਲਿਆ, ਜੋ ਮਨ ਬਚਨ ਕਰਮ ਕਰਕੇ ਸੱਚ ਦਾ ਧਾਰਨੀ ਹੋ ਗਿਆ। ਗੁਰੂ ਜੀ ਕਹਿੰਦੇ ਨੇ ਆਤਮ ਸੁਖ ਧਾਰੀ, ਉਹ ਆਤਮ ਸੁਖ ਦਾ ਧਾਰਨੀ ਹੋ ਗਿਆ, ਉਹਨੂੰ ਆਤਮਿਕ ਸੁਖ ਮਿਲ ਗਿਆ। ਉਹ ਸੁਖ ਜਿਹੜਾ ਸੁਖ ਰੱਬ ਨੂੰ ਮਿਲ ਕੇ ਮਿਲਦਾ ਨਾ, ਜਿਹਨੂੰ ਕਹਿੰਦੇ ਨੇ ਮਿਲਵੇ ਕੀ ਮਹਿਮਾ ਵਰਨ ਨਾ ਸਾਕੋ ਨਾਨਕ ਪਰੇ ਪਰੀਲਾ, ਕਿ ਜਦੋਂ ਬੰਦਾ ਕੋਈ ਰੱਬ ਵਿੱਚ ਲੀਨ ਹੁੰਦਾ ਹੈ ਤੇ ਉਹ ਸੁਖ ਨੂੰ ਬਿਆਨ ਨਹੀਂ ਕੀਤਾ ਜਾਂਦਾ। ਹੁਣ ਰੱਬ ਦਾ ਮਤਲਬ ਤੁਸੀਂ ਸਮਝ ਚੁੱਕੇ ਹੋ ਨਾ, ਰੱਬ ਦਾ ਮਤਲਬ ਜੋ ਰੱਬ ਦੇ ਗੁਣ ਨੇ, ਰੱਬ ਔਰ ਰੱਬ ਦੇ ਗੁਣ ਵੱਖਰੇ ਨਹੀਂ ਹਨ। ਗੁਣਾਂ ਦੇ ਵਿੱਚ ਸਮਾ ਜਾਣਾ, ਰੱਬ ਦੇ ਵਿੱਚ ਸਮਾ ਜਾਣਾ ਹੈ। ਜਦੋਂ ਕਿਸੇ ਦੀ ਸੁਰਤ ਇਹਨਾਂ ਗੁਣਾਂ ਦੇ ਅੰਦਰ ਸਮਾ ਕੇ ਗੁਣ ਰੂਪ ਹੋ ਜਾਂਦੀ ਹੈ, ਉਦੋਂ ਜਿਹੜਾ ਸੁਖ ਅੰਦਰੋਂ ਪੈਦਾ ਹੁੰਦਾ ਹੈ ਨਾ, ਉਹਨੂੰ ਫਿਰ ਵਰਣਨ ਨਹੀਂ ਕੀਤਾ ਜਾ ਸਕਦਾ, ਮਾਣਿਆ ਜਾ ਸਕਦਾ ਹੈ। ਜਿਹੜੀ ਸਾਡੀ ਸੀਮਤ ਸੋਚ ਹੈ, ਜਦੋਂ ਇਹਨੂੰ ਅਸੀਮ ਸੋਚ ਵਿੱਚ ਮਿਲਾ ਦੇਾਂਗੇ, ਜਦੋਂ ਸਾਡੇ ਨਿੱਕੇ ਨਿੱਕੇ ਸਵਾਰਥ ਨੇ ਇਹਨਾਂ ਨੂੰ ਛੱਡ ਕੇ ਨਿਸਵਾਰਥ ਹੋ ਜਾਵਾਂਗੇ, ਤਾਂ ਫਿਰ ਜਿਹੜੀ ਅੰਦਰ ਖੁਸ਼ੀ ਪੈਦਾ ਹੁੰਦੀ ਹੈ ਨਾ, ਉਹਨੂੰ ਆਤਮ ਸੁਖ ਕਹਿ ਰਹੇ ਨੇ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਜਿਨ੍ਹਾਂ ਨੇ ਇਹਨਾਂ ਗੁਣਾਂ ਦੇ ਅੰਮ੍ਰਿਤ ਨੂੰ ਪੀ ਲਿਆ, ਉਹ ਆਤਮਿਕ ਜੀਵਨ ਦੇ ਧਾਰਨੀ ਹੋ ਗਏ। ਇਸ ਲਈ ਇਹ ਯੋਗੀ ਜਨੋ, ਜੰਗਲਾਂ ਵਿੱਚ ਵਿਚਰਨ ਦੀ ਲੋੜ ਨਹੀਂ, ਭੋਰਿਆਂ ਵਿੱਚ ਵੜਨ ਦੀ ਲੋੜ ਨਹੀਂ, ਸਮਾਧੀਆਂ ਲਾਉਣ ਦੀ, ਮਾਲਾ ਫੇਰਨ ਦੀ ਜ਼ਰੂਰਤ ਨਹੀਂ। ਮਨ ਬਚਨ ਕਰਮ ਕਰਕੇ ਸੱਚ ਦੇ ਔਰ ਗੁਣਾਂ ਦੇ ਧਾਰਨੀ ਹੋਣ ਦੀ ਲੋੜ ਹੈ। ਸੱਚ ਅਰਾਧਿਆ, ਗੁਰਮੁਖ ਤਰ ਤਾਰੀ। ਗੁਰਮੁਖ ਦਾ ਮਤਲਬ ਗੁਰੂ ਦੇ ਜਰੀਏ ਸੱਚ ਅਰਾਧਿਆ, ਜਿਨੇ ਸੱਚ ਨੂੰ ਹਮੇਸ਼ਾ ਯਾਦ ਰੱਖਿਆ, ਆਪਣੀ ਯਾਦ ਮੰਡਲ ਦੇ ਅੰਦਰ ਵਸਾ ਲਿਆ। ਅਸੀਂ ਇਹ ਵੀ ਕਹਿ ਸਕਦੇ ਹਾਂ ਜੋ ਸੱਚ ਦਾ ਧਾਰਨੀ ਹੋ ਗਿਆ। ਅਰਾਧਿਆ ਦਾ ਮਤਲਬ ਯਾਦ ਦੇ ਅੰਦਰ, ਚਿੱਤ ਦੇ ਅੰਦਰ ਵਸਾ ਲੈਣਾ। ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਜਿਸ ਨੇ ਸੱਚ ਦੀ ਆਰਾਧਨਾ ਕੀਤੀ, ਮਨ ਬਚਨ ਕਰਮ ਕਰਕੇ ਜੋ ਸੱਚ ਦੇ ਨਾਲ ਜੁੜਿਆ, ਤਰ ਤਾਰੀ ਦਾ ਮਤਲਬ ਉਹ ਇਸ ਸੰਸਾਰ ਸਾਗਰ ਤੋਂ ਪਾਰ ਹੋ ਗਿਆ। ਇਹ ਦੁੱਤਰ ਕਿਹਾ ਸੀ ਨਾ ਸ਼ੁਰੂ ਦੇ ਵਿੱਚ ਜੋਗੀਆਂ ਨੇ ਕਿ ਇਹ ਸੰਸਾਰ ਦੁਸ਼ਤਰੇ ਨੂੰ ਕਿਵੇਂ ਤਰਿਆ ਜਾਏ। ਤਾਂ ਗੁਰੂ ਜੀ ਕਹਿੰਦੇ ਨੇ ਜੋ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਸੱਚ ਨੂੰ ਅਪਣਾ ਲੈਂਦਾ, ਉਹਨੇ ਸੰਸਾਰ ਨੂੰ ਤਰ ਲਿਆ। ਸੰਸਾਰ ਨੂੰ, ਸੰਸਾਰ ਸਾਗਰ ਨੂੰ, ਭਵ ਸਾਗਰ ਨੂੰ ਤਰਨ ਦਾ ਮਤਲਬ ਕੀ ਹੋਇਆ? ਮਨ ਬਚਨ ਕਰਮ ਕਰਕੇ ਸੱਚ ਦੇ ਨਾਲ ਜੁੜ ਜਾਣਾ। ਹੁਣ ਇਹ ਥੋੜਾ ਕਿ ਮਰਨ ਤੋਂ ਬਾਅਦ ਬੰਦਾ ਤਰੇਗਾ, ਮਰਨ ਤੋਂ ਬਾਅਦ ਕੋਈ ਵੈਤਰਨੀ ਨਦੀ ਤਰੇਗਾ, ਜਾਂ ਮਰਨ ਤੋਂ ਬਾਅਦ ਜਿਹੜੇ ਨਰਕ ਨੇ ਉਹਨਾਂ ਤੋਂ ਤਰੇਗਾ। ਜਿਉਂਦਿਆਂ ਮਨ ਬਚਨ ਕਰਮ ਕਰਕੇ ਜੋ ਸੱਚ ਦਾ ਧਾਰਨੀ ਹੋ ਗਿਆ, ਗੁਰੂ ਦੱਸੇ ਰਾਹ ਤੇ ਤੁਰ ਕੇ ਉਹਨੇ ਸੰਸਾਰ ਸਾਗਰ ਨੂੰ ਤਰ ਲਿਆ, ਉਹਨੂੰ ਤਰਿਆ ਹੋਇਆ ਮੰਨਿਆ ਜਾਏਗਾ। ਕਿਉਂਕਿ ਸਾਡੀ ਸੁਰਤ ਹੀ ਹੈ ਨਾ ਵਿਕਾਰਾਂ ਵਿੱਚ ਗੋਤੇ ਖਾ ਰਹੀ ਹੈ, ਕਾਮ ਕ੍ਰੋਧ ਲੋਭ ਵਿੱਚ। ਪਰ ਜਦੋਂ ਅਸੀਂ ਸੱਚ ਦੇ ਨਾਲ ਜੁੜ ਗਏ ਤੇ ਇਹਦੇ ਤੋਂ ਸੁਰਤ ਬਾਹਰ ਆ ਗਈ। ਨਾਨਕ ਬੂਝੈ ਕੋ ਵਿਚਾਰੀ, ਇੱਥੇ ਨਾਨਕ ਬੂਝੈ ਨਹੀਂ ਪੜਨਾ, ਨਾਨਕ ਤੇ ਰੁਕ ਜਾਣਾ ਹੈ। ਨਾਨਕ ਬੂਝੈ ਕੋ ਵਿਚਾਰੀ, ਵਿਚਾਰੀ ਦਾ ਮਤਲਬ ਵਿਚਾਰਵਾਨ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੇ ਨਾਨਕ, ਕੋਈ ਵਿਰਲਾ ਵਿਚਾਰਵਾਨ, ਕੋ ਦਾ ਮਤਲਬ ਕੋਈ ਵਿਰਲਾ, ਕੋਈ ਵਿਰਲਾ ਵਿਚਾਰਵਾਨ ਇਸ ਗੱਲ ਨੂੰ ਸਮਝਦਾ ਹੈ। ਕੋਈ ਵਿਰਲਾ ਵਿਚਾਰਵਾਨ ਇਸ ਗੱਲ ਨੂੰ ਸਮਝਦਾ ਹੈ। ਕਿਹੜੀ ਗੱਲ ਨੂੰ? ਕਿ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਮਨ ਬਚਨ ਕਰਮ ਕਰਕੇ ਸੱਚ ਦਾ ਧਾਰਨੀ ਹੋ ਜਾਣਾ ਹੀ ਸੰਸਾਰ ਤੋਂ ਤਰਨਾ ਹੈ। ਯਾਨੀ ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜਿੰਦਾ ਹੈ, ਮਨ ਬਚਨ ਕਰਮ ਕਰਕੇ ਸੱਚ ਦਾ ਧਾਰਨੀ ਹੈ, ਉਹ ਬੰਦਾ ਸੰਸਾਰ ਤੋਂ ਤਰ ਜਾਂਦਾ ਹੈ। ਉਹ ਤਰਿਆ ਹੋਇਆ ਹੈ, ਉਹ ਰੱਬ ਦੇ ਨਾਲ ਮਿਲਿਆ ਹੋਇਆ ਹੈ। ਗੁਰੂ ਜੀ ਕਹਿੰਦੇ ਨੇ ਕੋਈ ਵਿਰਲਾ ਵਿਚਾਰਵਾਨ ਇਸ ਗੱਲ ਨੂੰ ਸਮਝਦਾ ਹੈ। ਔਰ ਇਹ ਹੀ ਗੱਲ ਅਸਲ ਦੇ ਅੰਦਰ ਸਮਝਣ ਵਾਲੀ ਹੈ।
ਜੇ ਮਨੁੱਖ ਨੂੰ ਇਸ ਗੱਲ ਦੀ ਸਮਝ ਆ ਜਾਏ ਨਾ, ਫਿਰ ਇਹਦੇ ਸਾਰੇ ਭਰਮ ਭੁਲੇਖੇ ਮਿਟ ਸਕਦੇ ਨੇ। ਰੱਬ ਦੇ ਮਿਲਾਪ ਵਾਲੇ, ਮੁਕਤੀ ਵਾਲੇ, ਸੰਸਾਰ ਸਾਗਰ ਤੋਂ ਤਰਨ ਵਾਲੇ ਹੁਣ ਵਿਚਾਰਵਾਨ ਹੋਣ ਦੀ ਲੋੜ ਹੈ ਤੇ ਵਿਰਲੇ ਵਿਰਲੇ ਸਮਝਦੇ ਨੇ। ਇਹਦਾ ਮਤਲਬ ਇਹ ਨਹੀਂ ਕਿ ਸਮਝਣ ਵਾਲਾ ਕੋਈ ਵੀ ਨਹੀਂ। ਗੁਰੂ ਜੀ ਕਹਿੰਦੇ ਨੇ ਹੈ ਨੇ ਵਿਰਲੇ, ਹੈਨ ਵਿਰਲੇ ਨਾਹੀਂ ਕਣੇ, ਲੇਕਿਨ ਜੋ ਬਹੁ ਗਿਣਤੀ ਹੈ। ਕਬੀਰ ਜਿਹ ਮਾਰਗ ਪੰਡਿਤ ਗਏ ਪਾਛੇ ਪਰੀ ਬਹੀਰ। ਪੰਡਿਤ ਦਾ ਮਤਲਬ ਕਰਮਕਾਂਡੀ ਲੋਕ। ਜਿਸ ਪਾਸੇ ਕਰਮਕਾਂਡੀ ਪੁਜਾਰੀ ਗਿਆ ਹੈ ਉਸ ਪਾਸੇ ਲੋਕਾਂ ਨੇ ਵਹੀਰਾਂ ਕੱਤੀਆਂ ਨੇ, ਭੀੜ ਹੈ ਬਹੁਤ ਜ਼ਿਆਦੀ। ਇੱਕ ਅਵਕਟ ਘਾਟੀ ਰਾਮ ਕੀ ਤੇਹ ਚੜ ਰਹੇ ਹੋ ਕਬੀਰ। ਕਬੀਰ ਜੀ ਕਹਿੰਦੇ ਨੇ ਪ੍ਰਭੂ ਨਾਮ ਦੀ ਇੱਕ ਔਖੀ ਘਾਟੀ, ਉਹਦੇ ਤੇ ਕਬੀਰ ਚੜਿਆ ਹੈ। ਰੱਬ ਦੀ ਰਜਾ ਵਿੱਚ ਤੁਰਨ ਵਾਲਾ ਕਿੰਨੇ ਕੁ ਨੇ ਲੋਕ, ਰੱਬੀ ਗੁਣਾਂ ਨੂੰ ਅਪਣਾਉਣ ਵਾਲੇ ਕਿੰਨੇ ਕੁ ਨੇ। ਬਾਕੀ ਤੇ ਕਰਮਕਾਂਡੀ ਨੇ, ਤੀਰਥਾਂ ਤੇ ਭੀੜ ਹੈ, ਵਰਤ ਨਰਾਤਿਆਂ ਦੀ ਭੀੜ ਹੈ, ਸਰਾਧਾਂ ਦੀ ਭੀੜ ਹੈ, ਸਗਰਾਂਦ ਮੱਸਿਆ ਪੂਰਨਮਾਸ਼ੀ ਮਨਾਉਣ ਵਾਲਿਆਂ ਦੀ ਭੀੜ ਮਿਲੇਗੀ ਤੁਹਾਨੂੰ, ਕਰਮਕਾਂਡ ਕਰਨ ਵਾਲਿਆਂ ਦੀ ਭੀੜ ਮਿਲੇਗੀ, ਜਪ ਤਪ ਸੰਜਮ ਸਾਧਨ ਵਾਲਿਆਂ ਦੀ ਭੀੜ ਮਿਲੇਗੀ, ਡੇਰਿਆਂ ਦੇ ਉੱਤੇ ਭੀੜ ਮਿਲੇਗੀ, ਬਾਬਿਆਂ ਦੇ ਡੇਰਿਆਂ ਤੇ ਭੀੜ ਮਿਲੇਗੀ, ਤੇ ਸੱਚ ਦੇ ਰਾਹ ਤੇ ਤੁਰਨ ਵਾਲੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਹ ਨਾਨਕ ਕੋਈ ਵਿਰਲਾ ਵਿਚਾਰਵਾਨ ਇਸ ਗੱਲ ਨੂੰ ਸਮਝਦਾ ਹੈ। ਅਗਲਾ ਬਚਨ ਗੁਰੂ ਪਾਤਸ਼ਾਹ ਜੀ ਕਰ ਰਹੇ ਨੇ, ਸਵਾਲ ਕੀਤਾ ਸਿੱਧਾ ਨੇ ਗੁਰੂ ਸਾਹਿਬ ਜੀ ਦੇ ਅੱਗੇ, ਇਹ ਮਨ ਮੈਗਲ ਕਹਾਂ ਬਸੀ ਅਲੇ, ਕਹਾਂ ਬਸੈ ਇਹ ਪਵਨਾ। ਦੋਵਾਂ ਥਾਵਾਂ ਤੇ ਬਿੰਦੀ ਲਗਾ ਕੇ ਪੜਾਂਗੇ ਕਹਾਂ। ਕਹਾਂ ਦਾ ਮਤਲਬ ਕਿੱਥੇ, ਔਰ ਜਦੋਂ ਇਸ ਕਹਾ ਦਾ ਮਤਲਬ ਹੋਏਗਾ ਨਾ ਕੀ, ਤੇ ਉਦੋਂ ਇਹਨੂੰ ਪੜਾਂਗੇ ਕਹਾ। ਲੇਕਿਨ ਜਦੋਂ ਇਸ ਦਾ ਮੀਨਿੰਗ ਹੋਏਗਾ ਕਿੱਥੇ, ਉਦੋਂ ਬਿੰਦੀ ਲਗਾ ਕੇ ਪੜਾਂਗੇ ਕਹਾਂ। ਇੱਥੇ ਮੀਨਿੰਗ ਹੈ ਕਿੱਥੇ। ਇਹ ਮਨ ਮੈਗਲ ਕਹਾਂ ਬਸੀ ਅਲੇ, ਕਹਾਂ ਬਸੈ ਇਹ ਪਵਨਾ। ਮੈਗਲ ਦਾ ਮਤਲਬ ਹੈ ਮਸਤ ਹਾਥੀ, ਕਿ ਮਸਤ ਹਾਥੀ ਵਰਗਾ ਇਹ ਮਨ ਕਿੱਥੇ ਵਸਦਾ ਹੈ। ਮੈਗਲ ਦਾ ਮਤਲਬ ਹਾਥੀ, ਮਸਤ। ਇਹ ਮਸਤ ਹਾਥੀ ਵਰਗਾ ਮਨ ਕਿੱਥੇ ਵਸਦਾ ਹੈ। ਕਹਾਂ ਬਸੈ ਇਹ ਪਵਨਾ, ਤੇ ਇਹ ਪ੍ਰਾਣ ਕਿੱਥੇ ਵਸਦੇ ਨੇ, ਪ੍ਰਾਣ ਕਿੱਥੇ ਵਸਦੇ ਨੇ। ਕਹਾਂ ਬਸੈ ਸੋ ਸ਼ਬਦ ਔਧੂ, ਤਾਂਕੋ ਚੂਕੈ ਮਨ ਕਾ ਭਵਨਾ। ਭਵਨਾ ਦਾ ਮਤਲਬ ਭਟਕਣਾ, ਸੋ ਦਾ ਮਤਲਬ ਉਹ। ਤਾਂ ਗੁਰੂ ਜੀ ਕਹਿੰਦੇ ਨੇ ਉਹ ਸ਼ਬਦ ਕਿੱਥੇ ਵਸਦਾ ਹੈ। ਜੋਗੀ ਪੁੱਛ ਰਹੇ ਨੇ ਉਹ ਸ਼ਬਦ ਕਿੱਥੇ ਵਸਦਾ ਹੈ, ਜਿਸ ਤੇ ਰਾਹੀਂ ਤੁਹਾਡੇ ਮਤ ਅਨੁਸਾਰ ਮਨ ਦੀ ਭਟਕਣਾ ਮੁੱਕਦੀ ਹੈ। ਯਾਨੀ ਇਹ ਮਨ ਕਿੱਥੇ ਵਸਦਾ ਹੈ, ਮਸਤ ਹਾਥੀ ਵਰਗਾ। ਪ੍ਰਾਣ ਕਿੱਥੇ ਵਸਦੇ ਨੇ, ਔਰ ਉਹ ਸ਼ਬਦ ਕਿੱਥੇ ਵਸਦਾ ਹੈ ਜਿਸ ਰਾਹੀਂ ਮਨ ਦੀ ਭਟਕਣਾ ਮੁੱਕਦੀ ਹੈ। ਇਹ ਸਾਰੇ ਸਵਾਲ ਜੋਗੀਆਂ ਵੱਲੋਂ ਕੀਤੇ ਜਾ ਰਹੇ ਨੇ। ਤਾਂ ਗੁਰੂ ਜੀ ਉੱਤਰ ਦੇ ਰਹੇ ਨੇ, ਨਦਰ ਕਰੇ, ਇੱਥੇ ਰੁਕਾਂਗੇ ਥੋੜਾ ਜਿਹਾ ਵਿਸ਼ਰਾਮ। ਨਦਰ ਕਰੇ ਤਾਂ ਸਤਿਗੁਰ ਮੇਲੇ, ਤਾਂ ਨਿਜਕਰ ਵਾਸਾ ਇਹ ਮਨ ਪਾਏ। ਉੱਤਰ ਦੇ ਰਹੇ ਨੇ ਕਿ ਜੇ ਪ੍ਰਭੂ ਮਿਹਰ ਦੀ ਨਿਗਾਹ ਕਰੇ ਤਾਂ ਸਤਿਗੁਰੂ ਮਿਲਾਂਦਾ ਹੈ, ਤੇ ਗੁਰੂ ਮਿਲਿਆ ਇਹ ਮਨ ਆਪਣੇ ਘਰ ਵਿੱਚ ਟਿਕ ਜਾਂਦਾ ਹੈ। ਇਹ ਮਨ ਜਿਹੜਾ ਹੈ ਆਪਣੇ ਘਰ ਦੇ ਵਿੱਚ ਟਿਕ ਜਾਂਦਾ ਹੈ। ਕਦੋਂ, ਜਦੋਂ ਗੁਰੂ ਮਿਲਦਾ ਹੈ, ਜਦੋਂ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ। ਗੁਰੂ ਮਿਲਣ ਦਾ ਮਤਲਬ ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ। ਜਦ ਰੱਬ ਦੀ ਰਹਿਮਤ ਹੁੰਦੀ ਹੈ, ਸਤਿਗੁਰੂ ਮਿਲਦਾ ਹੈ, ਤੇ ਸਤਿਗੁਰੂ ਦੇ ਮਿਲਣ ਦੇ ਨਾਲ ਇਹ ਜਿਹੜਾ ਮਨ ਹੈ ਆਪਣੇ ਟਿਕਾਣੇ ਤੇ ਟਿਕ ਜਾਂਦਾ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ। ਦੇਖੋ, ਰੱਬ ਦੀ ਰਹਿਮਤ ਚਾਰ ਚੁਫੇਰੇ ਬਰਸ ਰਹੀ ਹੈ। ਇਹ ਅਸੀਂ ਵਿਚਾਰ ਹਰ ਰੋਜ਼ ਕਰ ਚੁੱਕੇ ਹਾਂ ਕਿ ਅੱਜ ਦਿਸਦਾ ਸਾਰਾ ਜਗਤ ਇਹ ਰੱਬ ਦੀ ਰਹਿਮਤ ਹੀ ਤੇ ਹੈ। ਜੋ ਵੀ ਸਾਨੂੰ ਦਿਮਾਗ ਦਿੱਤਾ ਹੈ, ਮਨ ਬੁੱਧ ਦਿੱਤੀ ਹੈ, ਭੈਣ ਭਰਾ, ਜ਼ਮੀਨ ਜਾਇਦਾਦ, ਜੋ ਕੁਝ ਵੀ ਹੈ ਰੱਬ ਦੀ ਰਹਿਮਤ ਹੀ ਤੇ ਹੈ। ਹੁਣ ਇਹਨੂੰ ਅਸੀਂ ਯੂਜ਼ ਕਰਨਾ ਹੈ। ਗੁਰੂ ਦੀ ਸ਼ਰਨ ਵਿੱਚ ਅਸਾਂ ਜਾਣਾ ਹੈ। ਗੁਰੂ ਦੀ ਸ਼ਰਨ ਵਿੱਚ ਜਾਣਾ ਹੀ ਰੱਬ ਦੀ ਰਹਿਮਤ ਪਾਣਾ ਹੈ। ਤੇ ਗੁਰੂ ਦੀ ਸ਼ਰਨ ਵਿੱਚ ਜਾਣ ਦਾ ਮੀਨਿੰਗ ਇਹ ਹੈ ਕਿ ਅਸੀਂ ਆਪਣੇ ਮਨ ਦੀ ਮੱਤ ਛੱਡ ਕੇ ਗੁਰੂ ਦੀ ਮੱਤ ਦੇ ਧਾਰਨੀ ਹੋਣਾ ਹੈ। ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਣੀ ਹੈ। ਤੇ ਹੁਣ ਦੇਖੋ, ਹੁਣ ਇਹ ਗੱਲ ਅੱਗੋਂ ਸਮਝ ਆ ਜਾਏਗੀ
ਕਿ ਜਦੋਂ ਅਸੀਂ ਗੁਰੂ ਦੇ ਦੱਸੇ ਰਾਹ ਤੇ ਤੁਰਾਂਗੇ, ਗੁਰੂ ਦੇ ਬਚਨਾਂ ਨੂੰ ਫੋਲੋ ਕਰਾਂਗੇ, ਤਾਂ ਇਹ ਮਨ ਆਟੋਮੈਟਿਕਲੀ ਨਿਜ ਘਰ ਵਿੱਚ ਟਿਕ ਜਾਏਗਾ। ਨਿਜ ਘਰ ਦਾ ਮਤਲਬ ਆਤਮ ਸਰੂਪ ਵਿੱਚ, ਆਪਣੇ ਏਮ ਦੇ ਉੱਤੇ। ਤੇ ਏਮ ਸਾਡਾ ਕੀ ਹੈ? ਕਿ ਸਚਿਆਰਾ ਹੋਈ ਹੈ, ਸੱਚ ਦੇ ਵਿੱਚ ਜੁੜਨਾ ਹੈ, ਗੁਣਾਂ ਦੇ ਵਿੱਚ ਜੁੜਨਾ ਹੈ। ਤੇ ਗੁਰੂ ਦੇ ਦੱਸੇ ਜਦੋਂ ਰਾਹ ਤੇ ਤੁਰਾਂਗੇ, ਆਪਣੇ ਮਨ ਦੀ ਮੱਤ ਛੱਡ ਦਿੱਤੀ, ਗੁਰੂ ਦੇ ਰਾਹ ਨੂੰ ਅਪਣਾ ਲਿਆ, ਤੇ ਮਨ ਟਿਕ ਜਾਏਗਾ। ਹੁਣ ਮਨ ਨੂੰ ਕਿੱਥੇ ਟਿਕਾਣਾ ਹੈ? ਆਮ ਲੋਕ ਕਹਿੰਦੇ ਨੇ ਨਾ, ਅਸੀਂ ਨਾਮ ਜਪਣ ਬਹਿੰਦੇ ਆ, ਮਨ ਨਹੀਂ ਟਿਕਦਾ, ਬਾਣੀ ਪੜਨ ਬਹਿੰਦੇ ਆ, ਮਨ ਨਹੀਂ ਟਿਕਦਾ, ਮਨ ਭਟਕਦਾ ਹੈ। ਮਨ ਕਿਵੇਂ ਟਿਕਾਈਏ? ਤਾਂ ਸਭ ਤੋਂ ਪਹਿਲਾ ਸਵਾਲ ਹੈ ਕਿ ਮਨ ਨੂੰ ਟਿਕਾਣਾ ਕਿੱਥੇ ਹੈ। ਜਦੋਂ ਇਹ ਹੀ ਨਹੀਂ ਪਤਾ, ਤਾਂ ਗੁਰੂ ਜੀ ਸਾਨੂੰ ਮਨ ਕਿੱਥੇ ਟਿਕਾਣ ਲਈ ਕਹਿ ਰਹੇ ਨੇ? ਸੱਚ ਦੇ ਅੰਦਰ, ਰੱਬੀ ਰਜ਼ਾ ਵਿੱਚ ਮਨ ਨੂੰ ਟਿਕਾਣਾ ਹੈ, ਸੱਚ ਵਿੱਚ ਮਨ ਨੂੰ ਟਿਕਾਣਾ ਹੈ, ਗੁਣਾਂ ਦੇ ਨਾਲ ਮਨ ਨੂੰ ਜੋੜਨਾ ਹੈ। ਹੁਣ ਸਾਡਾ ਮਨ ਝੂਠ ਵਿੱਚ, ਦੇਖੋ ਜਿੱਥੇ ਮਨ ਜੁੜਿਆ ਹੋਏਗਾ ਉਹ ਚੀਜ਼ ਅੰਦਰੋਂ ਪ੍ਰਗਟ ਹੋਏਗੀ। ਸਾਨੂੰ ਨਿੱਕੀ ਜਿਹੀ ਕੋਈ ਗੱਲ ਕਹਿ ਦੇਵੇ ਤਾਂ ਅਸੀਂ ਠਰਮੇ ਦੇ ਨਾਲ ਉੱਤਰ ਦੇਣ ਦੀ ਬਜਾਏ ਲੜਨ ਮਰਨ ਵਾਸਤੇ ਤਿਆਰ ਹੁੰਦੇ ਹਾਂ। ਕਿਉਂ? ਕਿਉਂਕਿ ਮਨ ਗੁੱਸੇ ਨਾਲ ਜੁੜਿਆ ਹੈ ਨਾ, ਅੰਦਰ ਗੁੱਸਾ ਭਰਿਆ ਪਿਆ ਹੈ, ਨਿਕਲ ਅੰਦਰੋਂ ਰਿਹਾ ਹੈ, ਤੇ ਅਸੀਂ ਦੋਸ਼ ਦੂਜਿਆਂ ਤੇ ਦੇ ਰਹੇ ਹਾਂ ਕਿ ਮੈਨੂੰ ਫਲਾਂ ਬੰਦੇ ਨੇ ਗੁੱਸਾ ਦਵਾ ਦਿੱਤਾ। ਦਵਾ ਥੋੜੀ ਦਿੱਤਾ, ਤੇਰੇ ਅੰਦਰ ਭਰਿਆ ਪਿਆ, ਕਿਉਂਕਿ ਮਨ ਦੇ ਅੰਦਰ ਗੁੱਸਾ ਹੈ ਨਾ। ਸਾਨੂੰ ਕੋਈ ਚੀਜ਼ ਪੁੱਛਦਾ, ਅਸੀਂ ਝੱਟ ਝੂਠ ਬੋਲ ਦਿੰਦੇ ਹਾਂ। ਹੁਣ ਇੰਨੀ ਜਲਦੀ ਝੂਠ ਕਿਉਂ ਆ ਗਿਆ? ਕਿਉਂਕਿ ਅੰਦਰ ਹੈ ਹੀ ਝੂਠ। ਸਾਡੇ ਅੰਦਰੋਂ ਈਰਖਾ ਨਿਕਲਦੀ ਹੈ ਗੱਲਾਂ ਬਾਤਾਂ, ਕਿਉਂਕਿ ਅੰਦਰ ਹੈ ਹੀ ਈਰਖਾ। ਤੇ ਜਦੋਂ ਅਸੀਂ ਗੁਣਾਂ ਦੇ ਨਾਲ ਜੁੜਾਂਗੇ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਹੁਣ ਜਦੋਂ ਅਸੀਂ ਗੁਰੂ ਮਤਾਸ਼ੇ ਅਨੁਸਾਰ ਸੱਚ ਬੋਲਾਂਗੇ, ਧਰਮ ਦੀ ਗੱਲ ਕਰਾਂਗੇ, ਤਾਂ ਮਨ ਆਪੇ ਸੱਚ ਵਿੱਚ ਜੁੜ ਜਾਏਗਾ। ਜਦੋਂ ਅਸੀਂ ਬਾਰ-ਬਾਰ ਬੋਲਾਂਗੇ, ਇਹ ਸਾਡਾ ਗੋਲ ਹੀ ਹੋ ਗਿਆ ਕਿ ਅਸੀਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਹੈ, ਤਾਂ ਮਨ ਆਪੇ ਟਿਕ ਜਾਏਗਾ। ਦੇਖੋ ਕਿੰਨਾ ਸੌਖਾ ਰਾਹ ਹੈ ਕਿ ਅਸੀਂ ਗੁਰਬਾਣੀ ਆਸ਼ੇ ਅਨੁਸਾਰ ਜ਼ਿੰਦਗੀ ਜੀਣੀ ਹੈ, ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ। ਆਪੇ ਆਪ ਖਾਏ, ਇੱਥੇ ਰੁਕਾਂਗੇ। ਤਾਂ ਨਿਰਮਲ ਹੋਵੇ, ਧਾਵਤ ਵਰਜ ਰਹਾਏ। ਆਪੇ ਆਪ ਦਾ ਮਤਲਬ ਆਪਣੇ ਆਪ ਨੂੰ, ਆਪਣੇ ਆਪ ਦਾ ਮਤਲਬ ਜਿਹੜੀ ਹਉਮੈ ਸਾਡੀ ਹੈ। ਧਾਵਤ ਦਾ ਮਤਲਬ ਹੈ ਵਿਕਾਰਾਂ ਵੱਲ ਦੌੜਨਾ। ਵਰਜ ਦਾ ਮੀਨਿੰਗ ਹੈ ਰੋਕ ਕੇ ਰੱਖਣਾ, ਰੋਕਣਾ। ਰਹਾਏ ਦਾ ਮਤਲਬ ਰੱਖਣਾ। ਖਾਏ ਦਾ ਮਤਲਬ ਖਾ ਜਾਣਾ, ਖਤਮ ਕਰ ਲੈਣਾ। ਹੁਣ ਜਦੋਂ ਕੋਈ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰ ਕੇ ਆਪਣੇ ਆਪ ਨੂੰ ਖਾ ਜਾਂਦਾ ਹੈ, ਆਪਣੇ ਆਪ ਨੂੰ ਜਦੋਂ ਮਨ ਖਾ ਜਾਂਦਾ ਹੈ, ਮਨ ਆਪਣੇ ਆਪ ਨੂੰ ਖਾਣ ਦਾ ਮਤਲਬ ਕਿ ਆਪਣੇ ਵਿਕਾਰ ਖਤਮ ਕਰ ਲੈਂਦਾ ਹੈ। ਜਿਹੜੇ ਵਿਕਾਰ ਨੇ, ਈਰਖਾ, ਦਵੇਸ਼, ਵੈਰ, ਵਿਰੋਧ, ਈਗੋ ਵਗੈਰਾ, ਜਦੋਂ ਇਹਨੂੰ ਖਤਮ ਕਰ ਲੈਂਦਾ ਹੈ, ਯਾਨੀ ਮਨੁੱਖ ਜਦੋਂ ਮਨ ਦੇ ਪਿੱਛੇ ਤੁਰਨ ਦੀ ਬਜਾਏ ਗੁਰੂ ਦੇ ਹੁਕਮ ਅਨੁਸਾਰ ਜ਼ਿੰਦਗੀ ਜੀਂਦਾ ਹੈ, ਤਾਂ ਨਿਰਮਲ ਹੋਵੇ, ਤਾਂ ਇਹ ਮਨ ਨਿਰਮਲ ਹੋ ਜਾਂਦਾ ਹੈ, ਇਹਦੀ ਸੋਚ ਨਿਰਮਲ ਹੋ ਜਾਂਦੀ ਹੈ, ਇਹਦੇ ਬੋਲ ਨਿਰਮਲ ਹੋ ਜਾਂਦੇ ਨੇ, ਇਹਦਾ ਵਿਹਾਰ ਨਿਰਮਲ ਹੋ ਜਾਂਦਾ ਹੈ। ਧਾਵਤ ਵਰਜ ਰਹਾਏ, ਤੇ ਫਿਰ ਮਨੁੱਖ ਜਿਹੜਾ ਹੈ ਨਾ, ਇਹ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਦੌੜਨ ਤੋਂ ਰੋਕ ਲੈਂਦਾ ਹੈ, ਵਿਕਾਰਾਂ ਵੱਲ ਦੌੜਨ ਤੋਂ ਰੁਕ ਜਾਂਦਾ ਹੈ ਜਦੋਂ ਆਪਣੇ ਆਪੇ ਨੂੰ ਖਾ ਲੈਂਦਾ ਹੈ। ਦੇਖੋ ਸਿੰਪਲ ਗੱਲ ਹੈ, ਆਪਣੇ ਆਪੇ ਨੂੰ ਖਾਣ ਦਾ ਮਤਲਬ ਈਗੋ ਨੂੰ ਖਾ ਲੈਣਾ, ਈਗੋ ਨੂੰ ਖਤਮ ਕਰਨਾ, ਆਪਣੇ ਮਨ ਦੀ ਮੱਤ ਨੂੰ ਖਤਮ ਕਰਨਾ। ਹੁਣ ਮੇਰਾ ਜੀ ਕਰਦਾ ਹੈ ਸ਼ਰਾਬ ਪੀਣ ਲਈ, ਮੈਂ ਤੁਰ ਪੈਂਦਾ ਸ਼ਰਾਬ ਪੀਣ। ਜੀ ਕਰਦਾ ਫਿਲਮ ਦੇਖਣ ਲਈ, ਫਿਲਮਾਂ ਵੇਖਣ। ਜੀ ਕਰਦਾ ਝੂਠ ਬੋਲਣ ਲਈ, ਝੂਠ ਬੋਲਣ ਲਈ। ਜੂਆ ਖੇਲਣ ਲਈ ਜੀ ਕਰਦਾ, ਜੂਆ ਖੇਲਣ ਲਈ। ਇਹ ਤੇ ਮੈਂ ਆਪਣੇ ਮਨ ਦੇ ਪਿੱਛੇ ਫਿਰ ਰਿਹਾ। ਪਰ ਜਦੋਂ ਮੈਂ ਗੁਰੂ ਦੇ ਦੱਸੇ ਰਾਹ ਰਾਹੀਂ ਆਪਣੀ ਇਸ ਮੱਤ ਨੂੰ ਖਤਮ ਕਰ ਦਿਆਂਗਾ, ਖਾ ਜਾਵਾਂਗਾ ਮਤਲਬ ਖਤਮ ਕਰ ਦਿਆਂਗਾ, ਤੇ ਗੁਰੂ ਦੀ ਮੱਤ ਅਨੁਸਾਰ ਚੱਲਾਂਗਾ, ਫਿਰ ਨਸ਼ਿਆਂ ਵੱਲ ਮਨ ਨਹੀਂ ਦੌੜੇਗਾ ਨਾ, ਝੂਠ ਵੱਲ ਨਹੀਂ ਦੌੜੇਗਾ, ਫਿਰ ਸੱਚ ਬੋਲੇਗਾ, ਫਿਰ ਪ੍ਰੇਮ ਦੇ ਨਾਲ ਜੀਵਾਂਗਾ, ਫਿਰ ਮੈਂ ਕਿਸੇ ਦਾ ਸਹਿਯੋਗ ਕਰਾਂਗਾ, ਕਿਸੇ ਦੇ ਹੱਕ ਨਹੀਂ ਖਾਵਾਂਗਾ। ਤਾਂ ਆਪੇ ਆਪ ਖਾਏ, ਸਭ ਤੋਂ ਪਹਿਲਾਂ ਆਪਣੀ ਮੱਤ ਨੂੰ ਜਿਹੜਾ ਖਤਮ ਕਰ ਲੈਂਦਾ ਹੈ, ਗੁਰੂ ਦੀ ਮੱਤ ਦਾ ਧਾਰਨੀ ਹੋ ਜਾਂਦਾ ਹੈ, ਉਹ ਇਨਸਾਨ ਨਿਰਮਲ ਹੋ ਜਾਂਦਾ ਹੈ। ਉਹ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਦੌੜਦਿਆਂ ਰੋਕ ਲੈਂਦਾ ਹੈ। ਹੁਣ ਇਸ ਦੌੜ ਦੇ ਮਨ ਨੂੰ ਰੋਕਣ ਲਈ ਸਮਾਧੀਆਂ ਲਾਉਣ ਦੀ ਲੋੜ ਥੋੜਾ ਪਈ ਇੱਥੇ। ਇੱਕ ਵੀ ਗੱਲ ਨਹੀਂ ਕਰ ਰਿਹਾ ਸਮਾਧੀ ਲਾਉਣ ਦੀ, ਇੱਕ ਵਾਰੀ ਵੀ ਨਹੀਂ ਕਿਹਾ ਵੀ ਬਹਿ ਕੇ ਮਾਲਾ ਫੇਰੋਗੇ ਤਾਂ ਮਨ ਰੁਕੇਗਾ। ਸਿੱਧੀ ਸਾਫ਼ ਸੁਥਰੀ ਗੱਲ, ਸੌਖੀ ਗੱਲ ਕਿ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਣੀ ਹੈ, ਗਿਆਨ ਗੁਰੂ ਦੀ ਅਗਵਾਈ ਦੇ ਵਿੱਚ ਜੀਵਨ ਬਤੀਤ ਕਰਨਾ ਹੈ। ਮਨ ਨਿਰਮਲ ਹੋ ਜਾਏਗਾ, ਸੋਚ ਨਿਰਮਲ ਹੋ ਜਾਏਗੀ,
ਵਿਕਾਰਾਂ ਵੱਲ ਦੌੜਨ ਤੋਂ ਰੁਕ ਜਾਏਗਾ। ਕਿਉਂ ਮੂਲ ਪਛਾਣੈ ਆਤਮ ਜਾਣੈ, ਕਿਉਂ ਸੱਸ ਕਰ ਸੂਰ ਸਮਾਵੈ। ਹੁਣ ਸਵਾਲ ਪੁੱਛ ਰਹੇ ਨੇ ਕਿਉਂ ਮੂਲ ਪਛਾਣੈ। ਕਿਉਂ ਦਾ ਮਤਲਬ ਕਿਵੇਂ, ਕਿ ਮਨੁੱਖ ਜਗਤ ਦੇ ਮੁੱਢ ਨੂੰ ਕਿਵੇਂ ਪਛਾਣੇ ਕਿ ਮੇਰਾ ਮੂਲ ਕੀ ਹੈ। ਆਤਮ ਜਾਣੈ, ਆਤਮ ਦਾ ਮਤਲਬ ਆਪਣਾ ਆਪਾ, ਆਪਣੇ ਆਪੇ ਨੂੰ ਇਹ ਬੰਦਾ ਕਿਵੇਂ ਸਮਝੇ। ਕਿਉਂ ਸੱਸ ਕਰ ਸੂਰ ਸਮਾਵੈ, ਸੱਸ ਦਾ ਮਤਲਬ ਹੈ ਚੰਦਰਮਾ, ਸ਼ਸ਼ੀ, ਚੰਦਰਮਾ। ਘਰ ਦਾ ਮਤਲਬ ਘਰ ਵਿੱਚ, ਸੂਰ ਦਾ ਮਤਲਬ ਸੂਰਜ। ਚੰਦਰਮਾ ਦੇ ਘਰ ਵਿੱਚ ਸੂਰਜ ਕਿਵੇਂ ਟਿਕੇ। ਜਿਵੇਂ ਚੰਦਰਮਾ ਦਾ ਆਪਣਾ ਚਾਨਣਾ ਨਹੀਂ ਹੈ ਨਾ, ਤੇ ਸੂਰਜ ਦਾ ਚਾਨਣਾ ਪੈਂਦਾ ਹੈ। ਤਾਂ ਗੁਰੂ ਜੀ ਕਹਿ ਰਹੇ ਨੇ, ਜੋਗੀ ਪੁੱਛ ਰਹੇ ਨੇ ਗੁਰੂ ਜੀ ਤੋਂ, ਕਿਉਂ ਮੂਲ ਪਛਾਣੈ ਆਤਮ ਜਾਣੈ, ਕਿਉਂ ਸੱਸ ਕਰ ਸੂਰ ਸਮਾਵੈ, ਕਿ ਕਿਵੇਂ ਮਨੁੱਖ ਜਗਤ ਦੇ ਮੁੱਢ ਮੂਲ ਨੂੰ ਸਮਝੇ, ਆਪਣੇ ਆਪੇ ਨੂੰ ਇਹ ਕਿਵੇਂ ਸਮਝੇ, ਔਰ ਚੰਦਰਮਾ ਦੇ ਘਰ ਦੇ ਅੰਦਰ ਸੂਰਜ ਕਿਵੇਂ ਸਮਾ ਜਾਏ। ਭਾਵ ਕਿ ਜੋ ਸ਼ੀਤਲ ਮਨ ਹੈ ਉਹਦੇ ਅੰਦਰ ਗਿਆਨ ਦਾ ਪ੍ਰਕਾਸ਼ ਕਿਵੇਂ ਹੋਵੇ। ਠੰਡੇ ਔਰ ਸ਼ੀਤਲ ਮਨ ਦੇ ਅੰਦਰ, ਹਨੇਰੇ ਮਨ ਦੇ ਅੰਦਰ ਗਿਆਨ ਦਾ ਪ੍ਰਕਾਸ਼ ਕਿਵੇਂ ਹੋਵੇ। ਗੁਰੂ ਜੀ ਕਹਿੰਦੇ ਨੇ, ਗੁਰਮੁਖ ਹਉਮੈ ਵਿੱਚੋਂ ਖੋਵੈ, ਤੋ ਨਾਨਕ ਸਹਿਜ ਸਮਾਵੈ। ਤੇ ਉੱਤਰ ਦੇ ਰਹੇ ਨੇ, ਜੋ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰ ਕੇ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ, ਤੋ ਨਾਨਕ ਸਹਿਜ ਸਮਾਵੇ, ਤਦੋਂ ਹੀ ਨਾਨਕ ਉਸ ਸਹਿਜ ਅਵਸਥਾ ਵਿੱਚ ਟਿਕ ਜਾਂਦਾ ਹੈ। ਤੇ ਸਹਿਜ ਅਵਸਥਾ ਦਾ ਮਤਲਬ ਹੈ ਮਨ, ਬਚਨ ਔਰ ਕਰਮ ਦੀ ਇਕਸਾਰਤਾ। ਗੁਰੂ ਦੇ ਦੱਸੇ ਰਾਹ ਤੇ ਚੱਲ ਕੇ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀ ਕੇ, ਜਦੋਂ ਬੰਦਾ ਆਪਣੀ ਹਉਮੈ ਨੂੰ ਗਵਾ ਲੈਂਦਾ ਹੈ, ਹਉਮੈ ਨੂੰ ਖਤਮ ਕਰ ਦਿੰਦਾ ਹੈ, ਚਾਹੇ ਉਹ ਇਨਫੀਰੀਓਰਿਟੀ ਕੰਪਲੈਕਸ ਹੈ, ਚਾਹੇ ਉਹ ਸੁਪਰੀਓਰਿਟੀ ਕੰਪਲੈਕਸ ਹੈ, ਮੇਰ ਤੇਰ ਦੇ ਵਿਤਕਰੇ ਨੇ, ਮਨ ਦੀ ਮੱਤ ਹੈ, ਜਦੋਂ ਇਹਨੂੰ ਖਤਮ ਕਰ ਦਿੰਦਾ ਹੈ, ਤਾਂ ਫਿਰ ਮਨੁੱਖ ਜਿਹੜਾ ਹੈ ਆਤਮਕ ਅਡੋਲਤਾ ਵਿੱਚ ਟਿਕ ਜਾਂਦਾ ਹੈ, ਸਹਿਜ ਦੇ ਅੰਦਰ ਸਮਾ ਜਾਂਦਾ ਹੈ, ਮਨ ਬਚਨ ਕਰਮ ਕਰਕੇ ਇੱਕ ਹੋ ਜਾਂਦਾ ਹੈ। ਹੁਣ ਕਿਉਂ ਸੱਸ ਕਰ ਸੂਰ ਸਮਾਵੈ, ਕਿਉਂ ਮੂਲ ਪਛਾਣੈ, ਇਹਦੀ ਵਿਚਾਰ ਅਸੀਂ ਕੱਲ ਨੂੰ ਕਰਾਂਗੇ।